ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਜਤੀ ਸਤੀ ਚਿਰ ਜੀਵਣੇ, ਸਾਧਿਕ ਸਿੱਧਨਾਥ ਗੁਰ ਚੇਲੇ। ਦੇਵੀ ਦੇਵ ਰਖੀ ਸੁਰਾਂ, ਭੈਰਵ ਖੇਤਰਪਾਲ ਬਹੁ ਮਿਲੇ। ਗਣ ਗੰਧਰਬ ਅਪਛਰਾ, ਕਿੰਨਰ ਜਛ ਚਲਿਤ ਬਹੁ ਖੇਲੇ। ਰਾਖਸ ਦਾਨਵ ਦੈਂਤ ਲਖ, ਅੰਦਰ ਦੂਜਾ ਪਾਉ ਦੁਹੇਲੇ। ਹਉਮੈ ਅੰਦਰ ਸਭ ਕੋ, ਗੁਰਮੁਖ ਸਾਧ ਸੰਗਤ ਰਸ ਕੇਲੇ। ਇਕ ਮਨ ਇਕ ਆਰਾਧਨਾ, ਗੁਰਮਤਿ ਆਪ ਗਵਾਏ ਸੁਹੇਲੇ। ਚੱਲਣ ਜਾਣ ਪਏ ਸਿਰ ਤੇਲੇ, ਚੱਲਣ ਜਾਣ ਪਏ ਸਿਰ ਤੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ ਹਜ਼ੂਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਨਾਲ ਭਾਈ ਗੁਰਦਾਸ ਜੀ ਦੀ ਇਸ ਮਹਾਨ ਪਾਵਨ ਰਚਨਾ ਭਾਈ ਗੁਰਦਾਸ ਸਾਹਿਬ ਜੀ ਦੀਆਂ ਇਹਨਾਂ ਪਾਵਨ ਵਾਰਾਂ ਦੀ ਜੋ ਕਥਾ ਵਿਚਾਰ ਪ੍ਰਾਰੰਭ ਹੋਈ, ਗੁਰੂ ਰਹਿਮਤ ਦੇ ਸਦਕਾ 5ਵੀਂ ਪਾਵਨ ਵਾਰ ਦੀਆਂ ਪਹਿਲੀਆਂ 5 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। 6ਵੀਂ ਪਾਵਨ ਪੌੜੀ ਜੋ ਪਾਠ ਰੂਪ ਦੇ ਅੰਦਰ ਬਖਸ਼ਿਸ਼ ਹੋਈ, ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਜਿਤਨੇ ਇਸ ਪਾਵਨ ਵਿਚਾਰ ਨੂੰ ਸਰਵਣ ਕਰ ਰਹੇ ਹਾਂ, ਆਓ ਅਰਦਾਸ ਕਰੋ ਮਾਲਕ ਜੀ ਸਾਨੂੰ ਸਮੱਤ ਦੀ ਦਾਤ, ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ, ਮਨ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ। ਜਿਤਨੇ ਸਰਵਣ ਕਰ ਰਹੇ ਹੋ ਪਿਆਰ ਸਹਿਤ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਤੀ ਸਤੀ ਚਿਰ ਜੀਵਣੇ, ਸਾਧਿਕ ਸਿੱਧਨਾਥ ਗੁਰ ਚੇਲੇ। ਸੋ ਇਸ ਤਰ੍ਹਾਂ ਪਾਵਨ 6ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਰਪਾ ਕਰ ਰਹੇ ਨੇ। ਜਿਵੇਂ ਪਿਛਲੀਆਂ ਪੌੜੀਆਂ ਦੇ ਵਿੱਚ ਸਹਿਚਾਰੀਆਂ ਦੇ ਦ੍ਰਿਸ਼ਟਾਂਤ ਦਿੱਤੇ, ਸ੍ਰਿਸ਼ਟੀ ਤੇ ਗੁਰਮੁਖਾਂ ਦਾ ਫਰਕ ਜਿਹੜਾ ਸੀ ਉਹ ਦਰਸਾਇਆ। ਫਿਰ ਹੋਰ ਸ੍ਰਿਸ਼ਟੀ ਤੇ ਰਹਿਣ ਵਾਲੇ ਮਜ਼ਹਬਾਂ ਧਰਮਾਂ ਫਿਰਕਿਆਂ ਦੇ ਲੋਕ ਜਿਹੜੇ ਨੇ, ਉਹਨਾਂ ਦੇ ਵਿੱਚ ਰਹਿ ਕਰਕੇ ਗੁਰਮੁਖਾਂ ਦੇ ਅੰਦਰ ਦੀ ਅਵਸਥਾ ਉਹਨਾਂ ਨਾਲੋਂ ਕਿਵੇਂ ਭਿੰਨ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜ਼ਿਕਰ ਕਰਦੇ ਨੇ 6ਵੀਂ ਪੌੜੀ ਅੰਦਰ ਕਿ ਜਤੀ ਸਤੀ ਚਿਰ ਜੀਵਣੇ, ਭਾਵ ਜਿਹੜੇ ਜਤ ਰੱਖਣ ਵਾਲੇ, ਸਤ ਧਾਰਨ ਕਰਨ ਵਾਲੇ, ਚਿਰ ਤੱਕ ਜੀਵਨ ਵਾਲੇ, ਭਾਵ ਚਿਰੰਜੀਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਸਾਧਿਕ ਸਾਧਨਾ ਕਰਨ ਵਾਲੇ, ਫਿਰ ਸਿੱਧਨਾਥ ਜਿਵੇਂ ਗੋਰਖਨਾਥ ਪੰਗਰਨਾਥ, ਫਿਰ ਗੁਰੂ ਬਹੁ ਚੇਲੇ, ਸਿੱਧਨਾਥ ਗੁਰ ਚੇਲੇ। ਇਹ ਜਿਹੜੇ ਨਾਥ ਲੋਕ ਨੇ, ਇਹ ਫਿਰ ਅੱਗੇ ਇਹਨਾਂ ਦੇ ਜਿੰਨੇ ਛੋਟੇ ਵੱਡੇ ਨਾਥ ਜੋਗੀ ਜਿਹੜੇ ਹਨ, ਸੋ ਇਹਨਾਂ ਦੇ ਜਿੰਨੇ ਚੇਲੇ ਰੂਪ ਵਿੱਚ ਹਨ। ਦੇਵੀ ਦੇਵ ਰਖੀ ਸੁਰਾਂ, ਭੈਰਵ ਖੇਤਰਪਾਲ ਬਹੁ ਮੇਲੇ। ਇਸ ਤਰ੍ਹਾਂ ਦੇਵੀ ਜੋ ਦੇਵੀਆਂ ਹਨ ਹਿੰਦੂ ਧਰਮ ਅੰਦਰ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ, ਫਿਰ ਜਿਹੜੇ ਦੇਵਤੇ ਜਿਨ੍ਹਾਂ ਨੂੰ 33 ਕਰੋੜ ਦੇਵਤੇ ਸ਼ਬਦ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਰਿਖੀ ਸੁਰ, ਭਾਵ ਕਿ ਰਿਖੀ ਲੋਕ ਜਿਹੜੇ ਹਨ, ਰਿਖੀ ਸੁਰ ਜੋ ਰਿਖੀ ਲੋਕਾਂ ਦੇ ਮੁੱਖ ਰਿਖੀ ਹਨ। ਸੋ ਇਸ ਤਰ੍ਹਾਂ 9 ਰਿਖੀ ਜਿਹੜੇ ਹਨ ਉਹਨਾਂ ਦੀ ਵੀ ਇੱਥੇ ਗਿਣਤੀ ਦਾ ਵਰਣਨ ਹੈ। ਫਿਰ ਭੈਰਵ ਜੋ ਭੈਰਵ ਦੇਵਤਾ, ਜਿਸ ਦੀ ਦੁਨੀਆ ਦੇ ਵਿੱਚ ਬਹੁਤ ਥਾਵਾਂ 'ਤੇ ਹਿੰਦੂ ਮਜ਼ਹਬ ਦੇ ਲੋਕ ਜਿਹੜੇ ਨੇ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਜਿਸ ਭੈਰਵਨਾਥ ਦੀ ਪੂਜਾ ਕਰਦੇ ਨੇ।
ਜਿਹਨੂੰ ਬਾਣੀ ਅੰਦਰ ਕਿਹਾ ਜਾਂਦਾ ਭੈਰੋ ਭੂਤ ਸੀਤਲਾ ਧਾਵੈ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਆ ਜਾਂਦੇ ਨੇ ਖੇਤਰਪਾਲ ਬਹੁ ਮੇਲੇ। ਖੇਤਰਪਾਲ ਜੋ ਪਿੱਛੇ ਵੀ ਜ਼ਿਕਰ ਆਇਆ ਸੀ, ਉਹ ਇੱਕ ਐਸਾ ਪੀਰ ਜਿਹਨੂੰ ਜ਼ਿਆਦਾਤਰ ਖੇਤੀ ਕਰਨ ਵਾਲੇ ਲੋਕ ਜਿਹੜੇ ਉਹ ਪੂਜਦੇ ਨੇ, ਹਾਲਾਂਕਿ ਸਾਰੇ ਨਹੀਂ। ਜਿਹੜੇ ਗੁਰੂ ਕੀ ਸਿੱਖੀ ਨਾਲ ਜੁੜੇ ਹੋਏ ਨੇ ਉਹ ਕਿਰਸਾਣੀ ਕਰਦਿਆਂ, ਖੇਤੀ ਕਰਦਿਆਂ ਕੇਵਲ ਮਾਲਕ ਗੁਰੂ 'ਤੇ ਭਰੋਸਾ ਰੱਖਦੇ ਨੇ। ਪਰ ਫਿਰ ਵੀ ਕੁਝ ਐਸੇ ਲੋਕ ਨੇ ਜਿਨ੍ਹਾਂ ਦੇ ਖੇਤਾਂ ਵਿੱਚ ਅੱਜ ਵੀ ਖੇਤਰਪਾਲ ਜਿਹੜਾ ਹੈ ਉਹਦੀਆਂ ਜਗ੍ਹਾ ਬਣੀਆਂ ਹੋਈਆਂ ਨੇ। ਤਾਂ ਭਾਈ ਸਾਹਿਬ ਜੀ ਕਹਿੰਦੇ ਫਿਰ ਖੇਤਰਪਾਲ ਆਦਿਕ ਬਹੁ ਮੇਲੇ, ਇਹਨਾਂ ਦੇ ਬਹੁਤ ਸਮੂਹ ਜਿਹੜੇ ਹਨ, ਭਾਵੇਂ ਇਹਨਾਂ ਨੂੰ ਸੰਸਾਰ 'ਤੇ ਪੂਜਿਆ ਜਾਂਦਾ ਹੈ। ਗਣ ਗੰਧਰਵ ਅਪਛਰਾ ਕਿੰਨਰ ਜਛ ਚਲਿਤ ਬਹੁ ਖੇਲੇ। ਫਿਰ ਗਣ ਭਾਵ ਕੇ ਸਮੂਹ ਰੂਪ ਦੇ ਅੰਦਰ ਗੰਧਰਵ। ਗੰਧਰਵ ਕਹਿੰਦੇ ਜਿਹੜੇ ਸਵਰਗ ਦੇ ਰਾਗੀ ਹਨ, ਹਾ ਹਾ ਹੂ ਹੂ ਗੰਧਰਵ ਅਪਛਰਾ ਸਾਹਿਬ ਨੇ ਜ਼ਿਕਰ ਕੀਤਾ ਬਾਣੀ ਅੰਦਰ। ਸੋ ਜਿਹੜੇ ਉਹਨਾਂ ਦੇ ਰਾਗੀ, ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ, ਉਹਨਾਂ ਦੇ ਜਿਹੜੇ ਸਮੂਹ ਹਨ। ਫਿਰ ਅਪਛਰਾਂ ਜਿਹੜੀਆਂ ਉਹ ਸਵਰਗਪੁਰੀ ਵਿੱਚ ਨਾਚ ਕਰਨ ਵਾਲੀਆਂ, ਉਹਨਾਂ ਦੀਆਂ ਦਾਸੀਆਂ ਕਹੀਏ, ਜਾਂ ਉਹਨਾਂ ਦੇ ਸੰਗੀਤ ਦੇ ਉੱਤੇ ਨ੍ਰਿਤ ਕਰਨ ਵਾਲੀਆਂ ਜੋ ਨ੍ਰਿਤਕਾਰੀ ਹਨ, ਸੋ ਉਹ ਇਸਤਰੀਆਂ ਜਿਹੜੀਆਂ ਹਨ। ਉਸ ਤੋਂ ਬਾਅਦ ਕਿੰਨਰ ਜਿਹੜੇ ਸੰਸਾਰ ਦੇ ਉੱਤੇ, ਜਿਨ੍ਹਾਂ ਨੂੰ ਆਪਾਂ ਕਿੰਨਰ ਸ਼ਬਦ ਕਹਿ ਦਿੰਦੇ, ਆਮ ਭਾਸ਼ਾ ਵਿੱਚ ਆਪਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਮਹੰਤ, ਖੁਸਰੇ ਆਦਿਕ ਸ਼ਬਦ ਜਿਹੜੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਉਹਨਾਂ ਦੇ ਪ੍ਰਥਾਏ ਵਰਤੇ ਜਾਂਦੇ ਹਨ। ਸੋ ਉਸ ਤੋਂ ਬਾਅਦ ਫਿਰ ਕਿੰਨਰ ਜਛ ਚਲਿਤ ਬਹੁ ਖੇਲੇ। ਜਛ ਜਿਹੜੇ ਹਨ ਦੇਵਤੇ, ਬਹੁਤ ਚਲਿੱਤਰਾਂ ਨੂੰ ਇਹਨਾਂ ਨੇ ਖੇਲਿਆ। ਅੱਜ ਵੀ ਚਲਿੱਤਰ ਖੇਡਦੇ ਨੇ, ਚਲਿੱਤਰ ਕੌਤਕ ਖੇਲਦੇ ਨੇ, ਕਰਦੇ ਨੇ, ਤੇ ਪਹਿਲਾਂ ਵੀ ਇਹ ਬਹੁਤ ਚਲਿੱਤਰਾਂ ਨੂੰ ਇਹ ਖੇਲਣ ਵਾਲੇ ਹਨ। ਇਹਨਾਂ ਸਾਰਿਆਂ ਦੀ ਗਿਣਤੀ ਕਰਕੇ ਫਿਰ ਚੌਥੀ ਪੰਕਤੀ 'ਚ ਦੱਸਦੇ ਨੇ ਰਾਖਸ ਦਾਨੋ ਦੈਂਤ ਲੱਖ ਅੰਦਰ ਦੂਜਾ ਭਾਉ ਦੁਹੇਲੇ। ਫਿਰ ਰਾਖਸ, ਫਿਰ ਦਾਨੋ ਭਾਵ ਜਿਹੜੇ ਦਾਨਵ ਹਨ, ਫਿਰ ਲੱਖ ਦੈਂਤ ਲੱਖ, ਲੱਖਾਂ ਦੈਂਤ ਜਿਹੜੇ ਹਨ। ਉਸ ਤੋਂ ਬਾਅਦ ਫਿਰ ਅੰਦਰ ਦੂਜਾ ਭਾਉ ਦੁਹੇਲੇ, ਦੂਜੇ ਭਾਵ ਦੇ ਵਿੱਚ ਪੈ ਕੇ ਇਹ ਸਾਰੇ ਜਿਹੜੇ ਹਨ ਅੰਦਰੋਂ ਦੁਖੀ ਹਨ। ਇਹ ਪਿਛਲਿਆਂ ਦੀ ਵੀ ਸਾਰੀ ਗਿਣਤੀ ਜਿਹੜੀ ਕੀਤੀ 3 ਪੰਕਤੀਆਂ ਵਿੱਚ, ਚੌਥੀ ਪੰਕਤੀ ਦੇ ਵਿੱਚ ਰਾਖਸ਼ਾਂ, ਦਾਨਵਾਂ ਤੇ ਦੈਂਤਾਂ ਦੀ ਗੱਲ ਜੋ ਲੱਖਾਂ ਦੀ ਗਿਣਤੀ ਵਿੱਚ ਹਨ। ਭਾਈ ਸਾਹਿਬ ਕਹਿੰਦੇ ਅੰਦਰ ਦੂਜਾ ਭਾਉ, ਇਹਨਾਂ ਦੇ ਅੰਦਰ ਦਵੈਤ ਭਾਉ ਹੈ, ਦੂਜਾ ਭਾਉ, ਦੂਜੀ ਪ੍ਰੀਤ ਹੈ ਇਹਨਾਂ ਦੇ ਅੰਦਰ। ਇਸ ਕਰਕੇ ਦੁਹੇਲੇ ਹਨ, ਭਾਵ ਕਿ ਬਹੁਤ ਜ਼ਿਆਦਾ ਦੁਖੀ ਰਹਿੰਦੇ ਹਨ ਅੰਦਰੋਂ। ਹਉਮੈ ਅੰਦਰ ਸਭ ਕੋ ਗੁਰਮੁਖ ਸਾਧ ਸੰਗਤ ਰਸ ਕੇਲੇ। ਸਾਰੇ ਕੋਈ ਜਿਹੜੇ ਹਨ ਇਹ ਹਉਮੈ ਦੇ ਵਿੱਚ ਹੈ। ਇਸ ਕਰਕੇ ਜਿਹੜਾ ਗੁਰਮੁਖ ਹੈ ਉਹ ਫਿਰ ਇਹਨਾਂ ਤੋਂ ਪਿਛਾਂਹ ਹਟ ਕੇ ਸਾਧ ਸੰਗਤ ਰਸ ਖੇਲੇ। ਉਹ ਇਹਨਾਂ ਹਉਮੈ 'ਚ ਗਰਸਿਆਂ ਹੋਇਆਂ ਦੀ ਪੂਜਾ ਨਹੀਂ ਕਰਦਾ, ਉਹ ਇਹਨਾਂ ਹਉਮੈ ਵਿੱਚ ਗਰਸਿਆਂ ਹੋਇਆਂ ਦੀ ਚਾਕਰੀ ਨਹੀਂ ਕਰਦਾ। ਉਹ ਕੀ ਕਰਦਾ? ਸਾਧ ਸੰਗਤ ਬਹੁ ਖੇਲੇ। ਉਹ ਗੁਰੂ ਕੀ ਸਾਧ ਸੰਗਤ ਵਿੱਚ ਆਉਂਦਾ ਅਤੇ ਆਪਣੀ ਜ਼ਿੰਦਗੀ ਦੇ ਰੰਗ ਤਮਾਸ਼ੇ, ਅੰਦਰ ਦੀਆਂ ਖੇਡਾਂ ਜਿਹੜੀਆਂ ਨੇ, ਇਸ ਖੇਡਾਂ ਦੇ ਰਸ ਨੂੰ ਖੇਡਦੇ ਹਨ, ਇਸ ਖੇਡਾਂ ਦੇ ਰਸ ਨੂੰ ਮਾਣਦੇ ਹਨ। ਹਾਲਾਂਕਿ ਆਪ ਜੀ ਨੂੰ ਪਤਾ ਹੈ ਇਹਨਾਂ ਦੇ ਅਸਥਾਨਾਂ 'ਤੇ ਜਾ ਕੇ ਕੁਝ ਲੋਕ ਜਦੋਂ ਸਿਰ ਘੁਮਾਉਂਦੇ ਨੇ, ਉਹਨਾਂ ਨੂੰ ਇੱਕ ਸ਼ਬਦ ਕਿਹਾ ਜਾਂਦਾ ਚੌਂਕੀ ਆਈ। ਦੂਜਾ ਸ਼ਬਦ ਉਹਨਾਂ ਨੂੰ ਪੰਜਾਬ 'ਚ ਵਰਤਿਆ ਜਾਂਦਾ ਸੀ ਖੇਡਦੇ ਪਏ ਨੇ। ਵੀ ਜਿਹੜੇ ਉੱਥੇ ਸਿਰ ਘੁਮਾਉਂਦੇ ਨੇ, ਕੇਸ ਖੋਲ੍ਹ ਕੇ ਭਾਂਤ-ਭਾਂਤ ਦੀਆਂ ਆਵਾਜ਼ਾਂ ਕੱਢਦੇ ਨੇ, ਉਹਨਾਂ ਨੂੰ ਸ਼ਬਦ ਕਿਹਾ ਜਾਂਦਾ ਸੀ ਇਹ ਖੇਡਦੇ ਪਏ ਨੇ। ਉਹ ਇੱਕ ਬਾਹਰੀ ਤੌਰ 'ਤੇ ਪਾਖੰਡ ਅਡੰਬਰ ਦੇ ਰੂਪ ਅੰਦਰ ਖੇਡਦੇ ਹੋਣਗੇ, ਪਰ ਜਿਹੜੇ ਗੁਰਮੁਖ ਹਨ ਉਹ ਸਾਧ ਸੰਗਤ ਵਿੱਚ ਮਿਲ ਕੇ ਆਪਣੇ ਅੰਦਰ ਦੀ ਰੂਹਾਨੀਅਤ ਦੇ ਨਾਲ, ਆਪਣੇ ਅੰਦਰ ਦੇ ਸ਼ੁਭ ਗੁਣਾਂ ਦੇ ਨਾਲ, ਪਿਆਰੇ ਦੇ ਨਾਲ ਪ੍ਰੀਤ ਪਾ ਕੇ ਉਹਦੀਆਂ ਮੌਜਾਂ, ਉਹਦੀਆਂ ਦਿੱਤੀਆਂ ਹੋਈਆਂ ਝਲਕਾਂ ਦੇ ਰਸ ਨੂੰ ਮਾਣ ਕੇ ਸੁਰਤ ਦੀ ਉਡਾਰੀ ਦੇ ਨਾਲ ਖੇਡਦੇ ਹਨ। ਕਿਉਂ? ਤਾਂ ਇੱਥੇ ਜ਼ਿਕਰ ਕਰਦੇ ਨੇ ਇੱਕ ਮਨ ਇੱਕ ਅਰਾਧਨਾ ਗੁਰਮਤਿ ਆਪ ਗਵਾਏ ਸੁਹੇਲੇ। ਸੋ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਕਹਿੰਦੇ ਇੱਕ ਮਨ ਹੋ ਕੇ ਇੱਕ ਈਸ਼ਵਰ ਦੀ ਅਰਾਧਨਾ ਕਰਦੇ ਨੇ। ਇਸ ਕਰਕੇ ਜਿਹੜੇ ਗੁਰਮੁਖ ਹਨ ਨਾ, ਉਹ ਗੁਰਮਤਿ ਆਪ ਗਵਾਏ ਸੁਹੇਲੇ, ਉਹ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਾ ਭਾਵ ਗਵਾ ਲੈਂਦੇ ਨੇ। ਜਦੋਂ ਆਪਾ ਭਾਵ ਗਵਾ ਲੈਂਦੇ ਨੇ ਤਾਂ ਸੁਹੇਲੇ ਉਹ ਸੁਖੀ ਰਹਿੰਦੇ ਨੇ। ਜਿਨ੍ਹਾਂ ਦਾ ਆਪਾ ਭਾਵ ਮਰ ਜਾਂਦਾ ਹੈ ਉਹ ਸੁਖ ਦੇ ਨਾਲ ਜਿਉਂਦੇ ਨੇ। ਜਿਹੜੇ ਆਪੇ ਦੇ ਅੰਦਰ ਜਿਉਂਦੇ ਨੇ ਜਾਂ ਜਿਹੜੇ ਅਹੰਕਾਰ ਦੇ ਅੰਦਰ ਜਿਉਂਦੇ, ਦਵੈਤ ਭਾਵਨਾ ਦੇ ਵਿੱਚ ਜਿਉਂਦੇ, ਉਹ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਦੁਹੇਲੇ ਹਨ। ਕਿਉਂ? ਜਦੋਂ ਦੁਖੀਆਂ ਦਾ ਸੰਗ ਕਰੋਗੇ ਦੁੱਖ ਹੀ ਪ੍ਰਾਪਤ ਹੋਵਣਗੇ।
ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਗੁਰਮੁਖ ਜਿਹੜੇ ਹਨ ਇੱਕ ਨੂੰ ਆਰਾਧਦੇ ਨੇ ਤੇ ਗੁਰਮਤ ਨੂੰ ਧਾਰਨ ਕਰਕੇ ਆਪਣਾ ਆਪਾ ਜਿਹੜਾ ਉਹਨੂੰ ਗਵਾ ਕੇ ਸੁਖੀ ਰਹਿੰਦੇ ਨੇ। ਚੱਲਣ ਜਾਣ ਪਏ ਸਿਰ ਤੇਲੇ, ਕਿਵੇਂ ਸੁਖੀ ਰਹਿੰਦੇ? ਤਾਂ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਚੱਲਣਾ ਜਿਹੜਾ ਉਹਨੂੰ ਜਾਣ ਲਿਆ, ਉਹਨਾਂ ਨੇ ਮਰਨਾ ਜਿਹੜਾ ਉਹ ਜਾਣ ਲਿਆ ਹੈ ਕਿ ਮਰਨਾ ਮੁੱਲਾ ਮਰਨਾ ਪੀ ਕਰਤਾਰੋਂ ਡਰਨਾ। ਉਹਨਾਂ ਨੇ ਇਸ ਗੱਲ ਨੂੰ ਜਾਣ ਲਿਆ, ਮਰਨ ਲਿਖਾਏ ਮੰਡਲ ਮਹਿ ਆਏ, ਕਿ ਸੰਸਾਰ ਦੇ ਉੱਤੇ ਅਸੀਂ ਆਏ ਹਾਂ ਤੇ ਅਸੀਂ ਮਰਨਾ ਲਿਖਾ ਕੇ ਆਪਣੇ ਕਰਮਾਂ ਦੇ ਵਿੱਚ ਮੌਤ ਲਿਖਾ ਕੇ ਇਸ ਜੀਵਨ ਦੇ ਵਿੱਚ ਜੇ ਜਨਮ ਮਿਲਿਆ ਤਾਂ ਮੌਤ ਵੀ ਸਾਡੇ ਨਾਲ ਆਈ ਹੈ। ਸੋ ਉਹਨਾਂ ਨੇ ਚੱਲਣ ਜਿਹੜਾ ਉਹਨੂੰ ਜਾਣ ਲਿਆ, ਇਹੋ ਤੇਲ ਉਹਨਾਂ ਦੇ ਸਿਰ ਦੇ ਵਿੱਚ ਪਿਆ ਹੈ। ਭਾਵ ਇਹ ਸਮਝ ਰੂਪੀ ਤੇਲ ਜਿਵੇਂ ਕਹਿ ਦਈਏ ਉਹਨਾਂ ਦੇ ਸਿਰ 'ਚ ਪਿਆ। ਇੱਥੇ ਤੇਲ ਪਏ ਦਾ ਦ੍ਰਿਸ਼ਟਾਂਤ ਤਾਂ ਦਿੱਤਾ ਹੈ ਕਿਉਂਕਿ ਜਦੋਂ ਬੱਚੀ ਦਾ ਵਿਆਹ ਹੁੰਦਾ ਹੈ ਨਾ, ਉਹਨੂੰ ਮਾਈਆਂ ਲਾਇਆ ਜਾਂਦਾ ਹੈ, ਜਿਹਨੂੰ ਅਲੱਗ-ਅਲੱਗ ਭਾਸ਼ਾ 'ਚ ਕਿਤੇ ਕਹਿੰਦੇ ਤੇਲ ਵਟਣਾ ਲਾਉਣਾ, ਮਾਈਆਂ ਲਾਉਣਾ। ਸੋ ਉਹ ਜਦੋਂ ਉਹਦੇ ਕੇਸਾਂ ਦੇ ਵਿੱਚ ਤੇਲ ਪਾ ਦਿੱਤਾ ਜਾਂਦਾ, ਉਹਨੂੰ ਵਟਣਾ ਮਲ ਦਿੱਤਾ ਜਾਂਦਾ, ਉਸ ਤੋਂ ਬਾਅਦ ਉਹ ਇਸ ਗੱਲ ਨੂੰ ਪੱਕਾ ਸਮਝ ਲੈਂਦੀ ਕਿ ਹੁਣ ਮੈਂ ਪੇਕੇ ਘਰ ਨੂੰ ਛੱਡਣਾ ਹੈ ਤੇ ਮੈਂ ਅੱਗੇ ਸਹੁਰੇ ਘਰ ਹੁਣ ਜਾਣਾ ਹੀ ਜਾਣਾ। ਕੱਲ੍ਹ ਨੂੰ ਪਰਸੋਂ ਮੇਰੀ ਬਰਾਤ ਆਉਣ ਵਾਲੀ ਹੈ ਤੇ ਉਸ ਲਾੜੇ ਨੇ ਉਹਨੇ ਆਪਣੇ ਲਾੜ ਪੱਲੇ ਨਾਲ ਲਾ ਕੇ ਮੈਨੂੰ ਲੈ ਜਾਣਾ ਹੈ। ਜਿਹਦੇ ਸਿਰ ਵਿੱਚ ਤੇਲ ਪੈ ਗਿਆ, ਮਾਈਆਂ ਚੜ੍ਹ ਗਿਆ, ਜਿਹਨੂੰ ਹੁਣ ਪੱਕਾ ਹੈ ਕਿ ਉਹਨੇ ਚਾਲੇ ਜਿਹੜੇ ਨੇ ਸਹੁਰੇ ਘਰ ਨੂੰ ਮਾਰਨੇ ਨੇ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਆਪਣੀ ਇਸ ਸਮਝ ਰੂਪੀ ਤੇਲ ਸਿਰ ਵਿੱਚ ਪਾ ਲੈਂਦੇ ਨੇ ਕੇਸਾਂ ਵਿੱਚ ਕਿ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ, ਤਾਂ ਉਹ ਆਪਣੀ ਤਿਆਰੀ ਕਰਕੇ ਰੱਖਦੇ ਨੇ। ਇਸ ਤਰ੍ਹਾਂ ਉਹ ਇਸ ਸੰਸਾਰ ਨੂੰ ਪੇਕੇ ਘਰ ਤੇ ਅਗਲੇ ਘਰ ਨੂੰ ਸਹੁਰਾ ਘਰ ਮੰਨ ਕੇ ਜ਼ਿੰਦਗੀ ਜਿਉਂਦੇ ਹਨ। ਅੱਗੇ 7ਵੀਂ ਪੌੜੀ 'ਚ ਹੁਣ ਸਮਝਾਉਂਦੇ ਨੇ ਕਿ ਜਗਤ ਦੇ ਬਹੁਤ ਜ਼ਿਆਦਾ ਰੁਝੇਵੇਂ ਹਨ। ਇਹਨਾਂ ਸਾਰੇ ਰੁਝੇਵਿਆਂ ਦੇ ਅੰਦਰ ਗੁਰੂ ਕਾ ਸ਼ਬਦ ਜਪਣ ਵਾਲੇ ਤੇ ਗੁਰੂ ਕੇ ਸ਼ਬਦ ਨੂੰ ਨਾ ਜਪਣ ਵਾਲੇ ਜਿਹੜੇ ਲੋਕ ਉਹ ਕੈਸੇ ਨੇ। ਜ਼ਿਕਰ ਕਰਦੇ ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ, ਕਿ ਇਸ ਧਰਤੀ ਦੇ ਉੱਤੇ ਜਪ ਤਪ ਸੰਜਮ ਫਿਰ ਹੋਮ ਯੱਗ ਜਿਹੜੇ ਕੀਤੇ ਜਾਂਦੇ ਸਨ, ਫਿਰ ਜਪ ਤਪ ਪੁੰਨ ਦਾਨ ਆਦਿਕ ਸਾਧਨ ਜਿਹੜੇ ਨੇ ਬਹੁਤ ਤੇਰੇ ਬਹੁਤੇ ਲੋਕ ਕਰ ਰਹੇ ਨੇ। ਕੋਈ ਇੱਕ ਅੱਧਾ, ਹਾਲਾਂਕਿ ਸਿਮਰਨ ਸਾਧਨਾ ਬਹੁਤ ਘੱਟ ਲੋਕ ਕਰਦੇ ਨੇ, ਪਰ ਜਪ ਤਪ ਕਰਨਾ, ਦਾਨ ਪੁੰਨ ਕਰਨਾ, ਆਦਿਕ ਤੀਰਥ ਯਾਤਰਾ ਕਰਨੀ, ਹੋਮ ਜਗ ਕਰਨੇ, ਸੰਜਮ ਧਾਰਨ ਕਰਨਾ, ਇਹ ਬਹੁਤ ਤੇਰੇ ਬਹੁਤ ਲੋਕ ਜਿਹੜੇ ਦਿਨ ਰਾਤ ਇਸ ਸ੍ਰਿਸ਼ਟੀ 'ਚ ਕਰਦੇ ਹਨ। ਰਿੱਧ ਸਿੱਧ ਨਿੱਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ। ਫਿਰ ਕੀ ਦੇਖਦੇ ਹਾਂ, ਕਈ ਰਿੱਧੀਆਂ ਸਿੱਧੀਆਂ ਤੇ ਉਸ ਤੋਂ ਬਾਅਦ 9 ਨਿੱਧਾਂ ਦੇ ਪਖੰਡ ਜਿਹੜੇ ਨੇ, ਉਸ ਤੋਂ ਬਾਅਦ ਤੰਤਰ ਮੰਤਰ ਭਾਵ ਤਵੀਤ ਆਦਿਕ ਮੰਤਰ ਕੇ ਫਿਰ ਮਦਾਰੀਆਂ ਦੇ ਤਮਾਸ਼ੇ ਜਿਹੜੇ ਹਨ, ਇਹ ਬਹੁਤ ਜ਼ਿਆਦਾ ਸੰਸਾਰ 'ਤੇ ਦਿਸਦੇ ਨੇ। ਅੱਜ ਹੋਰ ਕੋਈ ਬਹੁਤਾ ਕੰਮ ਦਿਸੇ ਨਾ ਦਿਸੇ, ਮਾਫ ਕਰਿਓ, ਤਰਾਸਦੀ ਇਹ ਬਣ ਚੁੱਕੀ ਹੈ। ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਤਰਾਸਦੀ ਹੈ। ਕਿਸੇ ਸਟੇਟ ਦੇ ਲੋਕ ਕਿਸੇ ਚੀਜ਼ ਤੋਂ ਦੁਖੀ ਨੇ, ਕੋਈ ਕਿਸੇ ਤੋਂ ਦੁਖੀ ਹੈ। ਹਾਲਾਂਕਿ ਪਰਿਵਾਰਕ ਦੁੱਖ ਸਾਰਿਆਂ ਦੇ ਇੱਕ ਹੋ ਸਕਦੇ ਨੇ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ, ਹਰ ਸਟੇਟ ਦੇ ਵਿੱਚ ਵਿਚਰ ਕੇ ਦੇਖਿਆ ਹੈ, ਕਿਸੇ ਸਟੇਟ ਦੇ ਵਿੱਚ ਜਾਓ ਤੁਹਾਨੂੰ ਡਾਕਟਰਾਂ ਦੇ ਬੋਰਡ ਸਭ ਤੋਂ ਜ਼ਿਆਦਾ ਮਿਲਣਗੇ। ਜਿਵੇਂ ਕਿਸੇ ਸ਼ਹਿਰ ਦੇ ਵਿੱਚ ਜਾਓ, ਉੱਥੋਂ ਦੀ ਜਿਹੜੀ ਮਸ਼ਹੂਰ ਚੀਜ਼ ਹੋਏਗੀ ਉਹਦੇ ਬੋਰਡ ਸਭ ਤੋਂ ਜ਼ਿਆਦਾ ਮਿਲਣਗੇ ਉਸ ਸ਼ਹਿਰ ਦੇ ਵਿੱਚ, ਕਿ ਸਾਡੀ ਦੁਕਾਨ 'ਤੇ ਆਹ ਚੀਜ਼ ਵਿਕਦੀ, ਦੂਜਾ ਕਹੇਗਾ ਸਾਡੀ ਦੁਕਾਨ 'ਤੇ ਆਹ ਵਿਕਦੀ। ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਮਾਫ ਕਰਿਓ, ਜਦੋਂ ਪੰਜਾਬ ਵਿੱਚ ਵਿਚਰਦੇ ਹਾਂ, ਦੁਖਾਂਤ ਕੀ ਹੈ? ਗੁਰੂਆਂ ਪੀਰਾਂ ਦੀ ਧਰਤੀ ਹੈ, ਗੁਰੂ ਅਸਥਾਨਾਂ ਦੇ ਨਾਲ ਨਿਵਾਜੀ, ਗੁਰੂ ਕੇ ਚਰਨ ਛੋਹ ਨਾਲ ਨਿਵਾਜੀ ਧਰਤੀ। ਪਰ ਜਿਹੜੇ ਮਰਜ਼ੀ ਰੋਡ ਦੇ ਉੱਤੇ ਚੱਲੀਏ, ਜਿਹੜੀ ਮਰਜ਼ੀ ਸੜਕ ਦੇ ਉੱਤੇ ਚੱਲੀਏ, ਦਿਨ ਚੜ੍ਹਦੇ ਨਾਲ ਜਿਹੜਾ ਮਰਜ਼ੀ ਅਖਬਾਰ ਪਕੜ ਲਈਏ, ਭਾਵੇਂ ਅੰਗਰੇਜ਼ੀ ਭਾਵੇਂ ਹਿੰਦੀ ਭਾਵੇਂ ਪੰਜਾਬੀ, ਉਹ ਬਸ ਇੱਕ ਹੀ ਐਡ ਦੇ ਨਾਲ ਭਰਿਆ ਕਿ ਮੇਰੇ ਕੀਤੇ ਨੂੰ ਕੋਈ ਕੱਟ ਕੇ ਦਿਖਾਵੇ, ਸਾਡੇ ਕੋਲੋਂ ਵਸ਼ੀਕਰਨ ਕਰਾ ਲਓ, ਸਾਡੇ ਕੋਲੋਂ ਆਹ ਕਰਾ ਲਓ। ਸਾਰੇ ਦੇ ਸਾਰੇ ਕਾਲਮ ਜਿਹੜੇ ਨੇ ਉਹ ਤਾਂਤਰਿਕਾਂ ਨਾਲ ਭਰੇ। ਸੜਕਾਂ 'ਤੇ ਵਿਚਰੋ ਤਾਂ ਸਾਰੀਆਂ ਕੰਧਾਂ ਜਿਹੜੀਆਂ ਨੇ ਉਹ ਤਾਂਤਰਿਕਾਂ ਦੇ ਨਾਲ ਭਰੀਆਂ ਨੇ, ਦੂਜੇ ਆਈਲੈਟਸ ਦੇ ਨਾਲ ਭਰੀਆਂ ਹੋਈਆਂ ਨੇ। ਤਾਂ ਹਰ ਸਟੇਟ ਦਾ ਆਪਣਾ ਆਪਣਾ ਦੁਖਾਂਤ ਹੈ। ਤਾਂ ਇਹ ਦੁਖਾਂਤ ਸ਼ਾਇਦ ਇਹ ਪੰਕਤੀ ਦਾ ਜਿਹੜਾ ਉਹ ਪੰਜਾਬ ਦੀ ਸਾਡੀ ਕਰਮ ਭੂਮੀ ਵੱਲ ਜ਼ਿਆਦਾ ਟੁਕਦਾ ਪਿਆ। ਸੋ ਇਸ ਕਰਕੇ ਭਾਈ ਸਾਹਿਬ ਜੀ ਇੱਥੇ ਇਹ ਜ਼ਿਕਰ ਕਰਦੇ ਨੇ ਕਿ ਤੰਤਰ ਮੰਤਰ ਨਾਟਕ ਅਗਲੇਰੇ,
ਬਹੁਤ ਕੁਛ ਇਸ ਧਰਤੀ ਦੇ ਉੱਤੇ ਰਿੱਧੀਆਂ ਸਿੱਧੀਆਂ ਨਿੱਧੀਆਂ ਦਾ ਪਖੰਡ ਕਰਨ ਵਾਲੇ, ਤੰਤਰਾਂ ਮੰਤਰਾਂ ਦੇ ਪਖੰਡ ਕਰਨ ਵਾਲੇ ਤੇ ਬਹੁਤ ਤਰ੍ਹਾਂ ਦੇ ਨਾਟਕ ਕਰਨ ਵਾਲੇ ਲੋਕ ਜਿਹੜੇ ਇਸ ਧਰਤੀ ਦੇ ਉੱਤੇ ਬਾਹਲੇ ਤਮਾਸ਼ੇ ਜਿਹੜੇ ਉਹ ਦੱਸੀਦੇ ਹਨ। ਵੀਰ ਆਰਾਧਨ ਜੋਗਨੀ ਮੜੀ ਮਸਾਣ ਵਿਡਾਨ ਕਨੇਰੇ। ਫਿਰ ਜੋਗਨੀਆਂ ਜਿਹੜੀਆਂ ਹਨ, ਭਾਵ ਜੋਗੀ, ਫਿਰ ਉਸ ਤੋਂ ਬਾਅਦ ਜੋਗਨੀਆਂ ਜਿਹੜੀਆਂ ਨੇ, ਇਹ 52 ਵੀਰਾਂ ਨੂੰ ਲੋਕ ਆਰਾਧਦੇ ਪਏ ਨੇ। ਵੀਰ ਆਰਾਧਨ ਭਾਵ ਜਿਹੜੇ 52 ਵੀਰ ਜੋ ਤਾਂਤਰਿਕਾਂ ਦੇ ਵਿੱਚ ਵੀ ਮੰਨੇ ਜਾਂਦੇ ਨੇ, ਹਿੰਦੂ ਧਰਮ ਵਿੱਚ ਵੀ ਮੰਨੇ ਜਾਂਦੇ ਨੇ, ਉਹਨਾਂ ਦਾ ਲੋਕ ਆਰਾਧਨ ਕਰਦੇ ਹਨ। ਤੇ ਕਈ ਜੋਗੀਆਂ ਨੂੰ ਪੂਜਦੇ ਹਨ, ਜੋਗਣੀਆਂ ਨੂੰ ਵਸ ਵਿੱਚ ਕਰਦੇ ਨੇ। ਜੋਗਣੀਆਂ ਨੂੰ ਵਸ 'ਚ ਕਰਕੇ ਪਤਾ ਨਹੀਂ ਹੁੰਦਾ ਹੈ ਕਿ ਨਹੀਂ, ਪਰ ਜੋ ਲੋਕ ਉਹ ਦੱਸਦੇ ਨੇ ਅਸੀਂ ਜੋਗਣੀਆਂ ਵਸ 'ਚ ਕੀਤੀਆਂ, ਅਸੀਂ ਆਹ ਕੰਮ ਕਰਵਾ ਲੈਂਦੇ ਹਾਂ, ਉਹ ਕੰਮ ਕਰਵਾ ਲੈਂਦੇ ਹਾਂ। ਤਾਂ ਭਾਈ ਸਾਹਿਬ ਜੀ ਕਹਿੰਦੇ ਉਸ ਤੋਂ ਬਾਅਦ ਮੜੀ ਪੂਜਾ ਮਸਾਨ ਇਹ ਸਾਰਿਆਂ 'ਤੇ ਦੀਵੇ ਜਗਾਉਣ ਦੇ ਪਿੰਨ ਪਿੰਨ ਬਹੁਤ ਕੰਮ ਜਿਹੜੇ ਨੇ ਉਹ ਲੋਕ ਕਰਦੇ ਨੇ। ਇਹ ਸਮਝ ਲਈਏ ਇਹ ਤਰਾਸਦੀ ਇਕੱਲੀ ਅੱਜ ਨਹੀਂ, ਇਹ ਗੁਰੂ ਸਾਹਿਬ ਜੀ ਦੇ ਸਮੇਂ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ। ਪਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਨਾਲ ਦੁਨੀਆ ਨੂੰ ਲੋਕਾਈ ਨੂੰ ਸਮਝ ਆ ਗਈ। ਉਦੋਂ ਵੀ ਸਖੀ ਸਰਵਰ ਦੇ ਦੀਵੇ ਜਗਾਉਣ ਵਾਲਿਆਂ ਦੀ ਕੋਈ ਘਾਟ ਨਹੀਂ ਸੀ, ਉਦੋਂ ਵੀ ਮੜਾ ਮਸਾਣਾ ਨੂੰ ਪੂਜਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ। ਜੇ ਅਸੀਂ ਕਹਿ ਦਈਏ ਕਿ ਉਦੋਂ ਸ਼ਾਇਦ ਘੱਟ ਹੋਣਗੇ, ਉਦੋਂ ਵੀ ਬਹੁਤ ਸਨ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਗੁਰੂ ਕੇ ਸ਼ਬਦ ਨਾਲ ਸਮਝ ਆ ਗਈ। ਸੋ ਭਾਈ ਸਾਹਿਬ ਜੀ ਲਿਖਦੇ ਨੇ ਕਿ ਉਸ ਤੋਂ ਬਾਅਦ ਪੂਰਕ ਕੁੰਭਕ ਰਿਚਕਾ ਨਿਵਲੀ ਕਰਮ ਭੁਯੰਗਮ ਘੇਰੇ। ਉਸ ਤੋਂ ਬਾਅਦ ਫਿਰ ਪੂਰਕ, ਫਿਰ ਕੁੰਭਕ, ਫਿਰ ਰਿਚਕ, ਇਹ ਜਿਹੜੇ ਜੋਗੀਆਂ ਦੇ ਕੰਮ ਨੇ। ਸਵਾਸਾਂ ਨੂੰ ਚੜਾ ਲੈਣਾ, ਸਵਾਸਾਂ ਨੂੰ ਰੋਕਣਾ, ਸਵਾਸਾਂ ਨੂੰ ਉਤਾਰਨਾ, ਸਵਾਸ ਜਿਹੜੇ ਉਹਨਾਂ ਨੂੰ ਚੜਾ ਲੈਣਾ। ਕਈ ਕਈ ਮਹੀਨੇ ਸਾਲਾਂ ਤੱਕ ਜੋਗੀ ਲੋਕ ਸਾਹ ਚੜਾ ਛੱਡਦੇ ਸਨ। ਉਸ ਤੋਂ ਬਾਅਦ ਫਿਰ ਸਾਹ ਨੂੰ ਰੋਕ ਲੈਂਦੇ ਸਨ, ਫਿਰ ਸਵਾਸਾਂ ਨੂੰ ਉਤਾਰ ਲੈਂਦੇ ਸਨ। ਸੋ ਇੱਕ ਸਾਰੀਆਂ ਖੇਡਾਂ ਕਰਦੇ ਸੀ ਜਿਸ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਸੀਗੇ। ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਵਡਿਆਈ ਦੀ ਖਾਤਰ ਸੀ, ਔਰ ਕੋਈ ਰੱਬ ਪਰਮਾਤਮਾ ਪਾਉਣ ਵਾਸਤੇ ਉਹ ਸਵਾਸ ਨਹੀਂ ਸੀ ਚੜਾਉਂਦੇ, ਵਡਿਆਈਆਂ ਦੇ ਵਾਸਤੇ ਸੀ। ਤਾਂ ਭਾਈ ਸਾਹਿਬ ਕਹਿੰਦੇ ਉਸ ਤੋਂ ਬਾਅਦ ਨਿਉਲੀ ਕਰਮ ਭਾਵ ਕਿ ਜਿਹੜੇ ਨਾਤੀ ਧੋਤੀ ਕਰਮ ਆਦਿਕ ਜਿਹੜੇ ਕਰਨੇ ਉਹ ਕਰਦੇ ਸਨ। ਭੁਯੰਗਮ ਘੁੰਮਣ ਘੇਰ ਦੇ ਵਿੱਚ ਘੇਰੇ ਹੋਏ, ਜਿੰਜ ਕਹਿ ਲਓ ਸਰੀਰ ਨੂੰ ਸਾਰੇ ਪਾਸੇ ਮਿੱਟੀ ਲਾ ਕੇ ਉਹਦੇ ਕੁਫੇਰ ਦੇ ਵਿੱਚ ਰਹਿਣਾ, ਜਾਂ ਅੱਗ ਬਾਲ ਲੈਣੀ ਜਾਂ ਮਿੱਟੀ ਲਾ ਲੈਣੀ, ਚਾਰੇ ਪਾਸੇ ਉਹਦੇ ਕੁਫੇਰ ਦੇ ਵਿੱਚ ਰਹਿਣਾ। ਸੋ ਇਸ ਤਰ੍ਹਾਂ ਇਹ ਸਾਰਾ ਕੁਛ ਜਿਹੜੇ ਲੋਕ ਘੁੰਮਣ ਘੇਰਦੇ ਉਦੋਂ ਕਰਦੇ ਰਹਿੰਦੇ ਸਨ। ਸਿੱਧਾਸਨ ਪਰਚੇ ਘਣੇ ਹਠ ਨਿਗ੍ਰਹ ਕੌਤਕ ਲਖ ਹੇਰੇ। ਫਿਰ ਸਿੱਧ ਆਸਨ, ਜਿਹੜੇ ਸਿੱਧਾਂ ਦੇ ਆਸਨ ਹਨ, ਭਾਵ 84 ਸਿੱਧ ਆਪਣੇ ਆਸਨ ਲਾ ਕੇ ਇਹਨਾਂ ਆਸਨਾਂ ਦੇ ਵਿੱਚ ਪਰਚੇ ਹੋਏ ਸਨ ਤੇ ਲੋਕ ਇਹਨਾਂ ਦੀ ਪੂਜਾ ਕਰਨ ਵਿੱਚ ਪਰਚੇ ਹੋਏ ਸਨ। ਹਠ ਨਿਗ੍ਰਹ, ਹਠ ਨਿਗ੍ਰਹ ਭਾਵ ਇੰਦਰੀਆਂ ਦਾ ਰੋਕਣਾ, ਹਠ ਕਰਨਾ। ਇੱਕ ਹੁੰਦਾ ਮਨ ਦੇ ਨਾਲ ਲੜਨਾ, ਇੱਕ ਹੁੰਦਾ ਮਨ ਦੇ ਨਾਲ ਹਠ ਕਰਨਾ। ਲੜਨਾ ਠੀਕ ਹੈ ਮਨ ਦੇ ਨਾਲ, ਸਾਹਿਬ ਕਹਿੰਦੇ ਅਨ ਦਿਨ ਆਪ ਆਪਸਿਓ ਲੜੈ, ਕਲਗੀਧਰ ਪਾਤਸ਼ਾਹ ਦੇ ਬਚਨ। ਫਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਬਾਣੀ ਅੰਦਰ ਜਦੋਂ ਪੜ੍ਹਦੇ ਹਾਂ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ। ਮਨ ਦੇ ਨਾਲ ਝਗੜਨਾ ਮਾੜਾ ਨਹੀਂ, ਪਰ ਮਨ ਦੇ ਨਾਲ ਹਠ ਯੋਗ ਕਰਨਾ ਜਿਹੜਾ ਉਹ ਮਾੜਾ ਹੈ। ਤਾਂ ਭਾਈ ਸਾਹਿਬ ਕਹਿੰਦੇ ਨੇ ਲੋਕ ਕੀ ਕਰਦੇ ਸਨ, ਇੰਦਰੀਆਂ ਦਾ ਰੋਕਣ, ਇਹ ਹਠ ਯੋਗ ਕਰਨਾ, ਤੇ ਇਹ ਲੱਖਾਂ ਕੌਤਕ ਜਿਹੜੇ ਹਨ ਦੇਖੀਦੇ ਹਨ, ਉਸ ਵਕਤ ਦਿਖਦੇ ਸੀ ਪ੍ਰਤੱਖ। ਅੱਜ ਤੇ ਸ਼ਾਇਦ ਥਾਂ ਥਾਂ 'ਤੇ ਜੋਗੀਆਂ ਦੇ ਕੌਤਕ ਨਹੀਂ ਹੁੰਦੇ। ਉਦੋਂ ਤੇ ਜੋਗੀ ਜਿਹੜੇ ਨੇ ਆਮ ਹੀ ਉਹਨਾਂ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਚਰਨਾ, ਨਾਥਾਂ ਨੇ ਪਿੰਡਾਂ 'ਚ ਤੁਰੇ ਫਿਰਨਾ, ਸਿੱਧਾਂ ਨੇ ਤੁਰੇ ਫਿਰਨਾ, ਆਪਣੀਆਂ ਸ਼ਕਤੀਆਂ ਦਿਖਾਉਣੀਆਂ, ਲੋਕਾਂ ਨੂੰ ਤਮਾਸ਼ੇ ਦਿਖਾਉਣੇ, ਇਹ ਸਾਰਾ ਕੁਝ ਭਾਈ ਸਾਹਿਬ ਕਹਿੰਦੇ ਦੇਖਦੇ ਹਾਂ। ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਆਨੇਰੇ। ਉਸ ਤੋਂ ਬਾਅਦ ਕੋਈ ਐਸਾ ਹੈ ਜਿਹੜਾ ਪਾਰਸ ਦੀ ਮਣੀ ਜਿਹੜੀ ਹੈ ਉਹ ਆਪਣੇ ਕੋਲ ਰੱਖਦਾ ਹੈ। ਕੋਈ ਰਸਾਇਣਾਂ ਦੀ ਕਰਾਮਾਤ ਦੀ ਸ਼ਾਹੀ ਨਾਲ ਅੰਨੇ ਹੋ ਰਹੇ ਨੇ, ਕੋਈ ਪਾਰਸ ਦੀ ਮਣੀ ਕੋਲ ਰੱਖੀ ਬੈਠਾ ਹੈ, ਕੋਈ ਨੇ ਜੰਜ ਕਹਿ ਲਓ ਪਾਰਸ ਰੱਖਿਆ, ਕਿਸੇ ਨੇ ਮਣੀ ਰੱਖੀ, ਕੋਈ ਰਸਾਇਣਾਂ ਨੂੰ ਆਪਣੇ ਕੋਲ ਰੱਖ ਕੇ ਇਹਨਾਂ ਸਾਰੀਆਂ ਕਰਾਮਾਤਾਂ ਦੀ ਸ਼ਾਹੀ ਦੇ ਨਾਲ ਲੋਕ ਅੰਨੇ ਹੋਏ ਪਏ ਸਨ। ਇਹਨਾਂ ਨੇ ਲੋਕਾਂ ਨੂੰ ਅੰਨੇ ਕਰ ਛੱਡਿਆ ਤੇ ਲੋਕ ਇਸ ਕਰਾਮਾਤਾਂ ਦੇ ਹਨੇਰ ਦੇ ਵਿੱਚ ਅੰਨੇ ਹੋ ਗਏ ਹਨ। ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤ ਲਵੇਰੇ। ਕੋਈ ਠਾਕੁਰ ਦੀ ਪੂਜਾ, ਕੋਈ ਫਿਰ ਵਰਤ ਰੱਖਦਾ ਇਕਾਦਸ਼ੀ ਆਦਿਕ ਦੇ ਵਰਤ, ਫਿਰ ਉਪਾਰਨੇ ਵਰਤ ਉਪਾਰਨ ਵਿਖੇ ਕਰਦਾ ਹੈ, ਭਾਵ ਇਹ ਵਰਤ ਆਦਿਕ ਜਿਹੜੇ ਕੋਈ ਰੱਖ ਕੇ ਆਪਣੇ ਆਪ ਨੂੰ
ਇਕਾਂਤ ਦੇ ਵਿੱਚ ਰੱਖਦਾ ਹੈ, ਭੁੱਖਿਆਂ ਰੱਖਦਾ ਹੈ, ਸੰਸਾਰ ਨਾਲੋਂ ਸੰਬੰਧ ਤੋੜ ਕੇ ਰੱਖਦਾ ਹੈ, ਮੈਂ ਅੱਜ ਸਾਰਾ ਦਿਨ ਬੋਲਣਾ ਨਹੀਂ ਹੈ, ਇਸ ਤਰ੍ਹਾਂ ਕਰਦਾ ਹੈ। ਫਿਰ ਵਰ ਸ਼ਰਾਪ, ਕੋਈ ਵਰ ਦੇ ਕੋਈ ਸ਼ਰਾਪ ਦੇ, ਸਤੋ ਤੇ ਤਮੋ ਗੁਣਾਂ ਦੇ ਵਿੱਚ ਲੱਗੇ ਹੋਏ ਹਨ, ਸਖਤ ਲਵੇਰੇ। ਵਰ ਦੀ ਸ਼ਕਤੀ, ਕੋਈ ਸ਼ਰਾਪ ਦੇਣ ਦੀ ਸ਼ਕਤੀ, ਇਹ ਸਤੋ ਗੁਣ ਹੈ, ਤਮੋ ਗੁਣ ਹੈ ਦੋਨਾਂ ਦੇ ਅੰਦਰ, ਕਿਉਂਕਿ ਸ਼ਰਾਪ ਦੇਣਾ ਤੇ ਤਮੋ ਗੁਣ ਹੈ, ਵਰ ਦੇਣਾ ਤੇ ਸਤੋ ਗੁਣ ਹੈ। ਇਸ ਸ਼ਕਤੀ ਦੇ ਵਿੱਚ ਲਵੇਰੇ ਬਹੁਤ ਲੋਕ ਜਿਹੜੇ ਲੱਗੇ ਹੋਏ ਸਨ ਉਸ ਵਕਤ। ਸਾਧ ਸੰਗਤ ਗੁਰ ਸ਼ਬਦ ਵਿਣ, ਥਾਉ ਨਾ ਪਾਇਨ ਭਲੇ ਭਲੇਰੇ। ਪਰੰਤੂ ਕਲਯੁਗ ਦੇ ਵਿੱਚ ਨਾ, ਪਿਛਲੇ ਯੁੱਗਾਂ 'ਚ ਵੀ ਚੱਲਦਾ ਸੀ, ਇਸ ਯੁੱਗ ਦੇ ਵਿੱਚ ਵੀ ਚੱਲਦਾ ਸੀ। ਤਾਂ ਭਾਈ ਸਾਹਿਬ ਕਹਿੰਦੇ ਇਸ ਕਲਯੁਗ ਦੇ ਵਿੱਚ ਸਾਧ ਸੰਗਤ ਤੇ ਗੁਰ ਸ਼ਬਦ ਵਿਣ, ਗੁਰੂ ਕੇ ਸ਼ਬਦ ਤੋਂ ਬਿਨਾਂ ਕੋਈ ਥਾਂ ਜਿਹੜੀ ਉਹ ਨਹੀਂ ਪਾਉਣਗੇ। ਭਾਵ ਕਿ ਭਾਵੇਂ ਜਿੰਨੇ ਮਰਜ਼ੀ ਵੱਡੇ ਵੱਡੇ ਕਰਮ ਕੋਈ ਕਰ ਲਵੇ। ਹੁਣ ਸਾਰੀ ਪੌੜੀ 'ਚ ਜਿੰਨੇ ਕਰਮ ਗਨਾਏ ਨੇ, ਆਪ ਜੀ ਇਹਨਾਂ ਨੂੰ ਧਿਆਨ ਦੇ ਨਾਲ ਬਹਿ ਕਰਕੇ ਦੁਬਾਰਾ ਪੜ੍ਹਨਾ ਵਾਚਣਾ, ਇਹ ਸਾਰੇ ਕਰਮਾਂ ਦੀ ਗਿਣਤੀ ਕਰਕੇ ਅਖੀਰ ਭਾਈ ਸਾਹਿਬ ਕਹਿੰਦੇ ਭਾਵੇਂ ਸਾਰੇ ਕਰਮ ਕੋਈ ਕਰਦਾ ਹੋਵੇ, ਆਪਣੇ ਆਪ ਨੂੰ ਥਾਉ ਨਾ ਪਾਇਨ ਭਲੇ ਭਲੇਰੇ, ਆਪਣੇ ਆਪ ਨੂੰ ਕੋਈ ਬਹੁਤ ਭਲਾ ਕਹਿੰਦਾ ਹੋਵੇ ਕਿ ਮੈਂ ਦੇਖੋ ਹੋਮ ਜਗ ਕਰਦਾ, ਮੈਂ ਵਰਤ ਰੱਖਦਾ, ਮੈਂ ਪੂਜਾ ਕਰਦਾ, ਮੈਂ ਵਰ ਸ਼ਰਾਪ ਦੇਣ ਵਾਲਿਆਂ ਦੀ ਸਮਰੱਥਾ ਰੱਖਦਾ, ਜਾਂ ਮੈਂ ਉਹਨਾਂ ਦੇ ਕੋਲ ਜਾਂਦਾ ਹਾਂ, ਕੋਈ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਕੋਈ ਤੰਤਰ ਮੰਤਰ ਕਰ ਰਿਹਾ ਹੈ, ਕੋਈ ਜੋਗੀਆਂ ਨੂੰ ਅਰਾਧਦਾ ਹੈ, ਕੋਈ 52 ਵੀਰਾਂ ਨੂੰ ਅਰਾਧਦਾ ਹੈ, ਕੋਈ ਮੜੀਆਂ ਮਸਾਣੀਆਂ ਦੀ ਪੂਜਾ ਕਰਦਾ ਹੈ। ਇਹ ਸਾਰੇ ਕਿੰਨੇ ਕੁ ਗਿਣੀਏ। ਤਾਂ ਭਾਈ ਸਾਹਿਬ ਜੀ ਨੇ ਸਾਰਿਆਂ ਦੀ ਗੱਲ ਕਰਕੇ ਕਿਹਾ ਕੋਈ ਬੰਦਾ ਕਿੰਨਾ ਵੀ ਆਪਣੇ ਆਪ ਨੂੰ ਭਲਾ ਭਲੇਰਾ ਕਵੇ, ਪਰ ਸੱਚ ਤੇ ਇਹ ਹੈ ਸਾਧ ਸੰਗਤ ਗੁਰ ਸ਼ਬਦ ਵਿਣ, ਗੁਰੂ ਕੇ ਸ਼ਬਦ ਤੋਂ ਬਿਨਾਂ, ਗੁਰੂ ਵਾਲੇ ਬਣ ਕੇ ਗੁਰੂ ਕਾ ਸ਼ਬਦ ਲਏ ਤੋਂ ਬਿਨਾਂ ਤੇ ਸਾਧ ਸੰਗਤ ਤੋਂ ਬਿਨਾਂ ਥਾਉ ਵਿਣ ਥਾਉ ਨਾ ਪਾਇਣ, ਸਾਧ ਸੰਗਤ ਵਿਣ ਥਾਉ ਨਾ ਪਾਇਣ। ਇਹ ਕਿਤੇ ਵੀ ਨਾ ਲੋਕ ਨਾ ਪਰਲੋਕ ਦੇ ਵਿੱਚ ਥਾਂ ਲੈਣਗੇ, ਭਾਵ ਕਿ ਢੋਈ ਨਹੀਂ ਮਿਲੇਗੀ। ਕੂੜ ਇੱਕ ਗੰਢੀ 100 ਫੇਰੇ, ਤੇ ਭਾਵ ਇੱਕ ਕੂੜ ਨੂੰ ਸਿਰੇ ਚਾੜਨ ਦੇ ਲਈ 100 ਗੰਢ ਦਾ ਫੇਰ ਫੇਰੀਦਾ। ਭਾਵ ਝੂਠ ਨੂੰ ਕਾਇਮ ਰੱਖਣਾ ਹੋਵੇ ਨਾ, ਤੇ ਝੂਠ ਨੂੰ ਜਿਵੇਂ ਆਮ ਕਹਾਵਤ ਵਿੱਚ ਆਪਾਂ ਕਹਿੰਦੇ ਇੱਕ ਝੂਠ ਬੋਲਿਆ ਹੋਵੇ, ਫਿਰ ਉਹਦੇ ਮਗਰ 100 ਝੂਠ ਹੋਰ ਬੋਲਣਾ ਪੈਂਦਾ, ਤਾਂ ਜਾ ਕਰਕੇ ਝੂਠ ਬਚਦਾ। ਜੇ ਝੂਠ ਦੇ ਪਰਦੇ ਢੱਕਣੇ ਹੋਣ, ਸੱਚ ਜਿਹੜਾ ਇੱਕ ਸੱਚ ਬੋਲ ਕੇ 50 ਸੱਚ ਬੋਲਣ ਦੀ ਲੋੜ ਨਹੀਂ ਪਵੇਗੀ। ਸੱਚ ਇਕੱਲਾ ਹੀ ਹੈ ਤੇ ਕਾਇਮ ਹੈ, ਤੇ ਝੂਠੇ ਦੇ ਕਦੀ ਪੈਰ ਨਹੀਂ ਹੁੰਦੇ। ਆਮ ਕਹਾਵਤ 'ਚ ਆਪਾਂ ਕਹਿ ਦਿੰਦੇ ਇੱਕ ਝੂਠ ਦੇ ਮਗਰ 100 ਝੂਠ ਬੋਲਣਾ ਪੈਂਦਾ ਕਈ ਵਾਰ ਉਹਨੂੰ ਛਪਾਉਣ ਦੇ ਵਾਸਤੇ, ਪਰ ਉਹ ਚੰਦਰਾ ਫਿਰ ਵੀ ਨਹੀਂ ਛਿਪਦਾ। ਇਸ ਕਰਕੇ ਭਾਈ ਸਾਹਿਬ ਕਹਿੰਦੇ ਕੂੜ ਇੱਕ ਗੰਢੀ 100 ਫੇਰੇ, ਭਾਵ ਝੂਠ ਜਿਹੜਾ ਉਹ ਕਾਇਮ ਨਹੀਂ ਰਹਿੰਦਾ, ਉਹ ਨਿੱਤਰ ਪੈਂਦਾ। ਜਿੰਨੇ ਮਰਜ਼ੀ ਉੱਤੇ ਹਉਮੈ ਦੇ ਕਰਮ ਜਿੰਨੇ ਗਨਾਏ ਨੇ, ਇਹ ਸਾਰੇ ਬੰਦਾ ਕਰਦਾ ਰਹੇ, ਪਰ ਇਹ ਸਾਰੇ ਕਰਨ ਦੇ ਬਾਵਜੂਦ ਵੀ ਦੁਖੀ ਹੈ। ਜਿੰਨਾ ਚਿਰ ਸ਼ਬਦ ਦਾ ਅਭਿਆਸ ਨਹੀਂ ਕਰੇਗਾ, ਕੁਝ ਵੀ ਉਹਦਾ ਕੀਤਾ ਹੋਇਆ ਜਿਹੜਾ ਪ੍ਰਵਾਨ ਨਹੀਂ ਹੋਏਗਾ। ਤੇ ਝੂਠ ਨੂੰ 100 ਗੰਢ ਦਾ ਫੇਰ ਫੇਰ ਦਿਓ, ਭਾਵ ਕਿ ਝੂਠ ਜਿਹੜਾ ਇਹਦੇ ਲਈ 100 ਝੂਠ ਹੋਰ ਬੋਲ ਲਓ, ਪਰ ਝੂਠ ਨੇ ਝੂਠ ਹੀ ਰਹਿਣਾ ਹੈ। ਸੋ ਇਸ ਤਰ੍ਹਾਂ ਸਮਝਾ ਕਰਕੇ ਫਿਰ 8ਵੀਂ ਪੌੜੀ 'ਚ ਸਾਨੂੰ ਫਿਰ ਸਮਝਾ ਕੇ ਕਹਿੰਦੇ ਨੇ ਸੌਣ ਸਗੁਨ ਵਿਚਾਰਨੇ, 9 ਗ੍ਰਹਿ 12 ਰਾਸ ਵਿਚਾਰਾ। ਜਿਹੜੇ ਸ਼ਗਨ ਅਪਸ਼ਗਨ ਸੁੱਧ ਨੇ, ਇਹਨਾਂ ਦੀ ਵਿਚਾਰ ਕਰਨੀ, ਤੇ ਜਿਹੜਾ ਗੁਰਮੁਖ ਹੈ ਉਹਦਾ ਜੀਵਨ ਕਿਸ ਤਰ੍ਹਾਂ ਦਾ। ਦੁਨੀਆ ਸ਼ਗਨ ਅਪਸ਼ਗਨ ਦੇ ਚੱਕਰਾਂ 'ਚ, ਤੇ ਗੁਰਮੁਖ ਇਹਨਾਂ ਤੋਂ ਨਿਰਲੇਪ, ਇਹਨਾਂ ਤੋਂ ਪਰੇ ਹੈ। ਕਿਸ ਤਰ੍ਹਾਂ? ਤਾਂ ਭਾਈ ਸਾਹਿਬ ਕਹਿੰਦੇ ਸਾਉਣ, ਸਾਉਣ ਦਾ ਅਰਥ ਹੈ ਕੋਈ ਸਾਉਣ, ਕੋਈ ਜੋਤਿਸ਼ ਆਦਿਕ ਜਿਹੜਾ ਹੈ। ਸਗੁਨ ਵਿਚਾਰਨੇ, ਜੋਤਿਸ਼ ਨੂੰ ਵਿਚਾਰਨਾ। ਫਿਰ ਸ਼ਗਨ ਵਿਚਾਰਨੇ, ਚੰਗਾ ਸ਼ਗਨ ਹੈ, ਮਾੜਾ ਸ਼ਗਨ ਹੈ, ਆਹ ਹੋ ਗਿਆ, ਉਹ ਹੋ ਗਿਆ, ਬਿੱਲੀ ਰਾਹ ਕੱਟ ਗਈ ਸ਼ਗਨ ਹੋ ਗਿਆ, ਖਾਲੀ ਭਾਂਡਾ ਅੱਗੋਂ ਦੀ ਲੈ ਕੇ ਲੰਘ ਗਏ ਅਪਸ਼ਗਨ ਹੋ ਗਿਆ, ਬਿੱਲੀ ਰਾਹ ਕੱਟ ਗਈ ਜੀ ਅਪਸ਼ਗਨ ਹੋ ਗਿਆ, ਇੱਧਰੋਂ ਕਿਸੇ ਨੇ ਛਿੱਕ ਮਾਰਤੀ ਅਪਸ਼ਗਨ ਹੋ ਗਿਆ, ਚੱਪਲ ਪੁੱਠੀ ਪਈ ਅਪਸ਼ਗਨ ਹੋ ਗਿਆ। ਪਤਾ ਹੀ ਨਹੀਂ ਦੁਨੀਆ ਕਿਹੜੇ ਕਿਹੜੇ ਵਹਿਮਾਂ, ਕਿਹੜੇ ਕਿਹੜੇ ਅਪਸ਼ਗਨਾਂ ਦੇ ਚੱਕਰਾਂ ਵਿੱਚ ਪਈ ਹੋਈ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਜੋਤਿਸ਼ ਸ਼ਾਸਤਰ ਦੇ ਜਿੰਨੇ ਸ਼ਗਨ ਹਨ, ਉਸ ਤੋਂ ਬਾਅਦ ਸ਼ਗਨ ਵਿਚਾਰ ਨੇ 9 ਗ੍ਰਹਿ, ਜਿਹੜੇ 9 ਗ੍ਰਹਿ ਹਨ ਜਿਨ੍ਹਾਂ ਦੇ ਅੰਦਰ ਸਾਰੇ ਚੰਦ, ਸੂਰਜ, ਸ਼ਨਿਸ਼ਰ, ਬ੍ਰਹਸਪਤ, ਮੰਗਲ, ਬੁੱਧ, ਰਾਹੂ, ਕੇਤੂ ਆਦਿਕ ਸਾਰੇ ਜਿਹੜੇ ਹਨ, ਸ਼ੁਕਰ ਦੇ ਸਮੇਤ। ਫਿਰ 12 ਰਾਸ ਵਿਚਾਰਾ, ਜਿਹੜੀਆਂ 12 ਰਾਸ਼ੀਆਂ ਹਨ। ਹਰ ਮਨੁੱਖ ਰਾਸ਼ੀਆਂ ਦੇ ਚੱਕਰ ਵਿੱਚ ਪਿਆ ਹੈ, ਜਿਹਦੇ ਵਿੱਚ ਮੇਖ, ਬ੍ਰਿਖ, ਮਿਥੁਨ, ਕਰਕ ਆਦਿਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਇਹ ਸਾਰੀਆਂ 12 ਰਾਸ਼ੀਆਂ, ਧਨ, ਮਕਰ, ਕੁੰਭ, ਮੀਨ, ਇਹ ਸਾਰੀਆਂ ਰਾਸ਼ੀਆਂ ਆਉਂਦੀਆਂ ਨੇ।
ਤਾਂ ਇਹਨਾਂ ਦੀ ਵਿਚਾਰ ਲੋਕ ਜਿਹੜੀ ਕਰਦੇ ਹਨ। ਹਾਲਾਂਕਿ ਸਿੱਖ ਨਹੀਂ ਕਰਦਾ, ਪਰ ਅਖੀਰ ਤੇ ਇਹਦਾ ਨਿਚੋੜ ਕੱਢਣਗੇ। ਸੋ ਸਰਵਣ ਕਰੀਏ। ਕਾਮਣ ਟੂਣੇ ਔਸੀਆਂ, ਕਣ ਸੋਈ ਪਸਾਰ ਪਸਾਰਾ। ਤੇ ਕਾਮਣਾ ਜਿਹੜੀਆਂ ਹਨ, ਕਾਮਣਾ ਇੱਕ ਤਾਂ ਸਾਡੀਆਂ ਕਾਮਨਾ ਹੁੰਦੀਆਂ, ਇੱਛਾਵਾਂ, ਪਰ ਇੱਥੇ ਕਾਮਨਾ ਦਾ ਅਰਥ ਹੈ ਤ੍ਰੀਮਤਾ, ਜਿਹਨੂੰ ਇਸਤਰੀ ਸ਼ਬਦ ਕਹੀਏ। ਕਾਮਣ ਕਾਮਣੇ ਆਰੀਏ, ਕਾਮਣ ਇਸਤਰੀ ਨੂੰ ਸ਼ਬਦ ਵਰਤਿਆ ਸਾਹਿਬ ਨੇ ਬਾਣੀ ਅੰਦਰ, ਕਾਮਣ ਕਾਮਣੇ ਆਰੀਏ। ਸੋ ਇਸ ਤਰ੍ਹਾਂ ਜਿਹੜੀਆਂ ਤ੍ਰੀਮਤਾਂ ਹਨ, ਕਾਮਨਾ ਹਨ, ਉਹਨਾਂ ਤ੍ਰੀਮਤਾਂ ਨੇ ਕੀ ਕੀਤਾ, ਟੂਣੇ ਔਸੀਆਂ, ਬਾਹਲੀਆਂ ਲੀਕਾਂ ਖਿੱਚ ਕੇ ਗਿਣੇ। ਤੇ ਲੀਕਾਂ ਖਿੱਚਦੀਆਂ ਸਨ, ਟੂਣਾ ਕਰਦੇ ਨੇ ਜਦੋਂ, ਉਹ ਲੀਕਾਂ ਖਿੱਚ ਕੇ ਫਿਰ ਉਹਨਾਂ ਨੂੰ ਗਿਣਦੀਆਂ ਸਨ। ਕਿੰਨੀਆਂ ਸਾਰੀਆਂ ਲੀਕਾਂ ਬਿਨਾਂ ਗਿਣੇ ਤੋਂ ਖਿੱਚਣੀਆਂ। ਉਸ ਤੋਂ ਬਾਅਦ ਉਹਨਾਂ ਨੂੰ ਜੋੜ ਕਰਨਾ। ਬੱਚੇ ਵੀ ਕਈ ਵਾਰੀ ਖੇਡਾਂ ਖੇਡਣ ਲੱਗ ਜਾਂਦੇ। ਜੇ ਉਹਦੇ ਵਿੱਚ ਟਾਂਕ ਵਧੇ ਤਾਂ ਚੰਗੀ, ਜੇ ਔਸਤ ਵੱਧ ਜਾਏ, ਜਿਸਤ ਵੱਧ ਜਾਏ ਤਾਂ ਮੰਦੀ। ਭਾਵ ਜੇ ਜੋੜ ਆ ਜਾਏ ਤਾਂ ਚੰਗਾ ਮੰਨ ਲੈਂਦੇ ਸੀ, ਜੇ ਘਟਾਓ ਆ ਜਾਣੀ, ਜਿਵੇਂ ਲਾਸਟ 'ਤੇ ਜੇ ਤਾਂ ਜੋਟਾ ਰਲ ਗਿਆ ਤੇ ਚੰਗਾ, ਜੇ ਨਹੀਂ ਰਲਿਆ, ਇੱਕ ਬਚ ਗਿਆ, ਤੇ ਕਹਿੰਦੇ ਸੀ ਨਹੀਂ, ਇਹ ਤਾਂ ਹੁਣ ਤੇਰੇ ਲਈ ਮਾੜੀ ਖਬਰ ਹੈ, ਇਹ ਸਮਾਂ ਤੇਰੇ ਲਈ ਮਾੜਾ ਹੈ। ਸੋ ਇਹ ਆਮ ਹੀ ਲੋਕ ਕੱਢ ਲੈਂਦੇ ਸਨ, ਪਰ ਹੈ ਇਹ ਸਹੀ ਜਾਂ ਨਹੀਂ ਸੀ, ਪਰ ਗੁਰਮਤਿ ਦੇ ਅਨੁਸਾਰ ਇਹ ਬਿਲਕੁਲ ਗਲਤ ਹੈ। ਤਾਂ ਭਾਈ ਸਾਹਿਬ ਜੀ ਖੈਰ ਉਸ ਵਕਤ ਜੋ ਪਸਾਰਾ ਚੱਲਦਾ ਸੀ, ਕਾਮਣ ਟੂਣੇ ਔਸੀਆਂ, ਕਣ ਸੋਈ ਪਸਾਰ ਪਸਾਰਾ। ਕਣ ਸੋਈ, ਉਸ ਤੋਂ ਬਾਅਦ ਫਿਰ ਸੁੰਦਕਾਂ ਰੱਖਦੀਆਂ, ਕਣਸੋਆਂ ਲੈਣੀਆਂ। ਪੁਰਾਣਾ ਪੰਜਾਬੀ ਦਾ ਸ਼ਬਦ ਹੈ, ਕਣਸੋ ਕੱਢੋ, ਕੋਈ ਮਤਲਬ ਕੋਈ ਸੂਹ ਕੱਢੋ ਇਸ ਗੱਲ ਦੀ। ਕਣਸੋਆਂ ਲੈਂਦਾ ਫਿਰਦਾ ਇਹ ਬੰਦਾ, ਮਤਲਬ ਸੂਹਾਂ ਲੈਂਦਾ ਫਿਰਦਾ, ਸਾਰੇ ਪਿੰਡ ਦੀਆਂ ਖਬਰਾਂ, ਜਾਂ ਮੇਰੀ ਕਣਸੋ, ਮੇਰੀ ਖਬਰ ਕੱਢਦਾ ਫਿਰਦਾ ਹੈ। ਸੋ ਇਸ ਤਰ੍ਹਾਂ ਕਣਸੋਈ ਸੁੰਦਕਾਂ ਰੱਖਦੀਆਂ ਹਨ, ਅਜਿਹੇ ਪਸਾਰੇ ਪਸਾਰਦੀਆਂ ਹਨ। ਇਹ ਤ੍ਰੀਮਤਾਂ ਜਿਹੜੀਆਂ ਸਨ। ਫਿਰ ਗਧੋਂ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਸ਼ਾਰਾ। ਫਿਰ ਕੋਈ ਖੋਤਿਆਂ, ਫਿਰ ਗਧੋਂ ਕੁੱਤੇ, ਫਿਰ ਕੁੱਤੇ, ਫਿਰ ਬਿੱਲੀਆਂ, ਫਿਰ ਇੱਲ ਮਲਾਲੀ, ਇੱਲਾਂ, ਫਿਰ ਮਲਾਲੀ ਮੈਣਾ ਆਦਿਕ ਜਿਹੜੀਆਂ ਹਨ। ਇੱਲ ਮਲਾਲੀ ਗਿੱਦੜ ਸ਼ਾਰਾ, ਫਿਰ ਗਿੱਦੜਾਂ ਤੇ ਸ਼ਾਰਾ ਜਿਹੜੇ ਵਾਵਰੋਲੇ, ਜਦੋਂ ਵਾਵਰੋਲੇ ਆਉਂਦੇ ਸੀ, ਆਮ ਤੇ ਵਾਵਰੋਲਿਆਂ ਦੇ ਵਿੱਚ ਬੱਚੇ ਖੇਡ ਵੀ ਲੈਂਦੇ ਸਨ, ਪਰ ਬਹੁਤ ਲੋਕ ਐਸੇ ਸਨ ਜਿਹੜੇ ਉਸ ਛਾਰਾ, ਉਸ ਵਾਵਰੋਲਿਆਂ ਦੀ ਹਨੇਰੀ ਨੂੰ ਵੀ ਅਪਸ਼ਗਨ ਮੰਨ ਲੈਂਦੇ ਸਨ। ਸੋ ਭਾਈ ਸਾਹਿਬ ਜੀ ਦਾ ਇੱਥੇ ਕਹਿਣ ਦਾ ਭਾਵ ਹੈ, ਦੁਨੀਆ ਕੈਸੇ ਭਰਮਾਂ ਦੇ ਵਿੱਚ ਪਈ ਸੀ। ਕੋਈ ਖੋਤਿਆਂ, ਕੋਈ ਕੁੱਤਿਆਂ, ਬਿੱਲੀਆਂ, ਇੱਲਾਂ, ਮੈਨਾ, ਗਿੱਦੜਾਂ, ਵਾਵਰੋਲਿਆਂ ਦੇ ਸ਼ਗਨ ਮਨਾਉਂਦੇ ਸੀ। ਸਮਝਦੇ ਸੀ ਕਿ ਜੇ ਕਿਤੇ ਤੁਰਨ ਲੱਗਿਆਂ ਬੰਦੇ ਨੂੰ ਖੱਬੇ ਪਾਸੇ ਖੋਤਾ ਬੋਲੇ ਤਾਂ ਇਹਨੂੰ ਚੰਗਾ ਸਮਝਿਆ ਜਾਂਦਾ ਸੀ, ਜੇ ਖੱਬੇ ਪਾਸੇ ਬੋਲ ਲਵੇ। ਤਾਂ ਫਿਰ ਇਸੇ ਤਰ੍ਹਾਂ ਜੇ ਗਿੱਦੜ ਦਿਨੇ ਬੋਲੇ ਤਾਂ ਭੈੜਾ ਸ਼ਗਨ ਮੰਨ ਲੈਂਦੇ ਸੀ ਲੋਕ, ਕਿ ਗਿੱਦੜ ਦਿਨੇ ਬੋਲਦਾ ਪਿਆ। ਕੁੱਤੇ ਦਾ ਛਿੱਕ ਦੇਣਾ, ਜਾਂ ਹੋਰ ਇੱਲ ਨੇ ਸਿਰ ਤੋਂ ਲੰਘ ਜਾਣਾ, ਜਾਂ ਹੋਰ ਕਈ ਸ਼ਗਨ ਜਿਹੜੇ ਹਨ, ਇਹ ਆਦਿਕ ਜਿਹੜੇ ਲੋਕ ਮੰਨਦੇ ਸਨ। ਇਹਨਾਂ ਦੀ ਬਹੁਤੀ ਵਿਆਖਿਆ ਕਰਾਂਗੇ ਤੇ ਮਾਫ ਕਰਿਓ, ਸ਼ਾਇਦ ਅਸੀਂ ਛੁੱਟਾਂਗੇ ਘੱਟ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਮੰਨਣ ਜ਼ਿਆਦਾ ਲੱਗ ਪੈਨੇ, ਕਿਉਂਕਿ ਸਾਡੀ ਪਕੜ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਬਣ ਚੁੱਕੀ ਹੈ। ਨਾਰ ਪੁਰਖ ਪਾਣੀ ਅਗਨ, ਛਿਕ ਪਦ ਹਿਡਕੀ ਵਰਤਾਰਾ। ਉਸ ਤੋਂ ਬਾਅਦ ਫਿਰ ਜ਼ਿਕਰ ਕਰਦੇ ਨਾਰ, ਨਾਰੀ, ਫਿਰ ਪੁਰਖ, ਪੁਰਖ ਜਿਹੜਾ ਹੈ, ਫਿਰ ਪਾਣੀ, ਫਿਰ ਉਸ ਤੋਂ ਬਾਅਦ ਅਗਨ, ਅਗਨੀ। ਅਰਥਾਤ ਭਾਵ ਇਹ ਹੈ, ਜਦੋਂ ਬੰਦਾ ਘਰੋਂ ਨਿਕਲਦਾ, ਮੈਂ ਫਿਰ ਸ਼ਬਦ ਕਵਾਂ, ਇਹਨਾਂ ਦੀ ਵਿਆਖਿਆ ਦਾ ਇਹ ਮਤਲਬ ਨਹੀਂ ਕਿ ਜਿਹਨੂੰ ਨਹੀਂ ਵੀ ਨੌਲੇਜ ਹੈਗੀ ਉਹ ਇਸ ਚੀਜ਼ ਨੂੰ ਮੰਨ ਕੇ ਬਹਿ ਜਾਏ। ਉਦਾਹਰਨ ਦੇ ਤੌਰ 'ਤੇ ਕਵਾਂ, ਜਿਹਨੂੰ ਨਹੀਂ ਸੀ ਪਤਾ ਕਿ ਖੋਤਾ ਜਿਹੜਾ ਉਹ ਖੱਬੇ ਪਾਸੇ ਕਿਤੇ ਬੋਲ ਪਵੇ ਤਾਂ ਉਹਨੂੰ ਮਾੜਾ ਸਮਝਿਆ ਜਾਂਦਾ ਸੀ, ਤਾਂ ਇਹਦਾ ਮਤਲਬ ਇਹ ਨਹੀਂ ਜਿਹਨੂੰ ਨਹੀਂ ਸੀ ਪਤਾ ਉਹਨੂੰ ਅੱਜ ਪਤਾ ਲੱਗ ਗਿਆ, ਤੇ ਕੱਲ੍ਹ ਨੂੰ ਕਿਤੇ ਰੱਬ ਨਾ ਕਰੇ ਘਰੋਂ ਨਿਕਲੇ, ਅੱਗੇ ਖੋਤਾ ਖੱਬੇ ਪਾਸੇ ਬੋਲ ਪਏ ਤੇ ਉਹ ਕਵੇ ਮੈਂ ਕਥਾ 'ਚ ਸੁਣਿਆ ਸੀਗਾ। ਇਹ ਸਾਰੀਆਂ ਗੱਲਾਂ ਦਾ ਪਹਿਲਾਂ ਵਿਆਖਿਆ ਕਰਦੇ ਨੇ ਵੀ ਕੀ ਭਰਮ ਦੁਨੀਆ ਪਾਲੀ ਬੈਠੀ ਸੀਗੀ। ਤੇ ਭਾਈ ਸਾਹਿਬ ਜਿਹੜੀ ਇਸ ਪੰਕਤੀ 'ਚ ਕਹਿ ਰਹੇ ਸੀ, ਨਾਰ ਪੁਰਖ ਪਾਣੀ ਅਗਨ, ਨਾਰੀ ਇਸਤਰੀ, ਉਸ ਤੋਂ ਬਾਅਦ ਪੁਰਖ, ਫਿਰ ਪਾਣੀ, ਫਿਰ ਅਗਨੀ। ਇਹਨਾਂ ਤੋਂ ਬਾਅਦ ਫਿਰ ਕੀ ਆ ਜਾਂਦਾ ਹੈ, ਭਾਵ ਕਿ ਜਦੋਂ ਤੁਰਨ ਲੱਗਿਆ ਜੇ ਤਾਂ ਕੋਈ ਤ੍ਰਿਮਤ, ਭਾਵ ਕਿ ਇਸਤਰੀ ਜਿਹੜੀ ਹੈ ਉਹ ਅੱਗੋਂ ਦੀ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲ ਪਏ ਤਾਂ ਮੰਨਦੇ ਸੀ ਲੋਕ ਕਿ ਕੰਮ ਫਤਿਹ ਹੈ। ਪੁਰਾਣੇ ਸਮਿਆਂ 'ਚ ਜ਼ਿਆਦਾ ਘੜੇ ਵਰਤਦੇ ਸੀਗੇ। ਅੱਜ ਕੱਲ੍ਹ ਵੀ ਕਿਤੇ ਨਾ ਕਿਤੇ ਮਾਨਸਿਕਤਾ ਐਸੀ ਬਣੀ ਕਿ ਜੇ ਤਾਂ ਕੋਈ ਭਰਿਆ ਭਾਂਡਾ ਲੈ ਕੇ ਮਿਲ ਪਿਆ, ਬਸ ਜੀ ਬਹੁਤ ਸੋਹਣਾ ਸ਼ਗਨ ਹੋ ਗਿਆ, ਅਤੇ ਜੇ ਖਾਲੀ ਭਾਂਡਾ ਲੈ ਕੇ ਮਿਲ ਪਿਆ ਤੇ ਮਾਫ ਕਰੇ, ਗੁਰਸਿੱਖ ਪਰਿਵਾਰ ਵੀ ਦਰਵਾਜ਼ੇ 'ਚੋਂ ਵਾਪਿਸ ਆ ਜਾਂਦੇ, ਨਹੀਂ 2 ਮਿੰਟ ਰੋਕ ਕੇ ਚੱਲਦੇ ਆ, ਉਹ ਬੀਬੀ ਖਾਲੀ ਡੋਲੂ ਲੈ ਕੇ ਤੁਰੀ ਜਾਂਦੀ ਸੀਗੀ।
ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੇ ਭਰਿਆ ਘੜਾ ਕੋਈ ਲੈ ਕੇ ਮਿਲੇ, ਲੋਕ ਕਹਿੰਦੇ ਸੀ ਕੰਮ ਫਤਿਹ ਹੋ ਗਿਆ। ਫਿਰ ਜੇ ਪੁਰਖ ਅੱਗੋਂ ਮਿਲੇ ਤਾਂ ਅਮੰਗਲ ਸਮਝ ਲੈਂਦੇ ਸੀ, ਬੰਦਾ ਕੰਮ ਤੇ ਚੱਲਾ। ਤੇ ਜੇ ਬੰਦਾ ਅੱਗੋਂ ਭਰਿਆ ਭਾਂਡਾ ਭਾਵੇਂ ਖਾਲੀ ਉਹ ਮਿਲ ਪਵੇ ਤੇ ਉਹਨੂੰ ਕਹਿੰਦੇ ਸੀ ਵੀ ਬਸ ਸਾਡਾ ਕੰਮ ਨਹੀਂ ਬਣੇਗਾ। ਕੁਝ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਮਾਨਸਿਕਤਾ ਬਣਾ ਲਈ ਸੀ, ਆਹ ਸਾਡੇ ਪਿੰਡ ਦਾ ਬੰਦਾ ਇਹ ਐਸਾ ਹੈ ਜੀ, ਇਹ ਜਿਹਦੇ ਸਵੇਰੇ ਮੱਥੇ ਲੱਗ ਜਾਓ ਉਹਦਾ ਕੰਮ ਹੀ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਲੋਕਾਂ ਨੇ ਭਰਮ ਜਿਹੜੇ ਸਨ ਉਹ ਪਾਲੇ ਹੋਏ ਸਨ। ਅਮੰਗਲ ਹੁੰਦਾ ਹੈ, ਅੱਗੇ ਮਿਲੇ ਤਾਂ ਮਾੜੀ। ਸੋ ਇਹ ਸਾਰਾ ਕੁਝ ਜਿਹੜਾ ਹੈ ਉਸ ਤੋਂ ਬਾਅਦ ਕੀ ਹੋ ਜਾਂਦਾ ਹੈ। ਅਗਲੀ ਉਦਾਹਰਣ ਦਿੱਤੀ, ਛਿੱਕ ਪਦ ਹਿਡਕੀ ਵਰਤਾਰਾ, ਭਾਵ ਕੋਈ ਛਿੱਕ ਦਵੇ ਨਿਛ ਮਾਰ ਦੇਣੀ, ਜਾਂ ਵਾਯੂ ਆ ਜਾਣੀ। ਪਦ ਦਾ ਅਰਥ ਜਿਹਨੂੰ ਆਪਾਂ ਸਰੀਰ ਦੇ ਵਿੱਚੋਂ ਸੱਭਿਅਕ ਭਾਸ਼ਾ ਦੇ ਵਿੱਚ ਕਹਾਂ ਤਾਂ ਹਵਾ ਖਿਸਕਣੀ ਸਰੀਰ ਦੇ ਵਿੱਚੋਂ, ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਲੈਂਦੇ ਗੈਸ ਪਾਸ ਹੋ ਜਾਣੀ। ਤਾਂ ਛਿੱਕ ਪਦ ਹਿਡਕੀ ਦਾ ਵਰਤਾਰਾ ਜਿਹੜਾ ਉਹ ਕਰਦੇ ਹਨ। ਭਾਵ ਇਹ ਹੈ ਜੇ ਕੋਈ ਨਿਛ ਪਵੇ, ਇੱਕ ਛਿੱਕ ਮਾਰ ਦੇ ਤਾਂ ਬੁਰਾ। ਫਿਰ ਉਹਨੂੰ ਕਿਹਾ ਜਾਂਦਾ ਸੀ, ਕਈ ਵਾਰ ਬਚਪਨ 'ਚ ਵੇਖਣਾ, ਉਹਨੂੰ ਕਹਿਣਾ ਤੂੰ ਇੱਕ ਛਿੱਕ ਹੋਰ ਮਾਰ। ਕਮਾਲ ਦੀ ਗੱਲ, ਸੋਚਣਾ ਕਈ ਵਾਰ ਵੀ ਹੁਣ ਦੂਜੀ ਕਿੱਥੋਂ ਮਾਰ ਦਵੇ ਉਹ, ਜਦੋਂ ਉਹਨੂੰ ਇੱਕ ਹੈ ਤਾਂ ਇੱਕ ਹੀ ਮਾਰੇਗਾ। ਪਰ ਇਹ ਲੋਕਾਂ ਦੀ ਮਾਨਸਿਕਤਾ, ਜਦੋਂ ਅੱਜ ਉਹ ਗੱਲਾਂ ਕਿਤੇ ਯਾਦ ਆਉਂਦੀਆਂ ਨੇ ਤੇ ਮਨ ਦੇ ਅੰਦਰ ਥੋੜ੍ਹਾ ਜਿਹਾ ਰੋਸ ਵੀ ਆਉਂਦਾ ਵੀ ਕੈਸੇ ਦੌਰ ਸਨ ਉਹ ਲੋਕਾਂ ਦੇ। ਅੱਜ ਥੋੜ੍ਹਾ ਜਿਹਾ ਦੁਨੀਆ ਜਿਹੜੀ ਉਹ ਸਮਝ ਰੱਖਦੀ ਹੈ, ਪਰ ਖੈਰ ਇਹ ਸਮਝ ਕੁਛ ਪੜ੍ਹੇ ਲਿਖੇ ਹੋਣ ਕਰਕੇ ਰੱਖਦੇ ਨੇ, ਕੁਛ ਗੁਰੂ ਦੀ ਦਿੱਤੀ ਹੋਈ ਸੋਝੀ ਦੇ ਨਾਲ ਰੱਖਦੇ ਨੇ ਵੀ ਸ਼ੁਕਰ ਅਸੀਂ ਉਹਨਾਂ ਜੰਜਾਲਾਂ 'ਚੋਂ ਨਿਕਲੇ ਹੋਏ ਹਾਂ। ਪਰ ਭਾਈ ਸਾਹਿਬ ਇੱਥੇ ਜ਼ਿਕਰ ਕਰਦੇ ਨੇ ਕਿ ਵਾਯੂ ਦਾ ਹਿਟਕੀ ਦਾ ਵਰਤਾਰਾ ਹੋ ਜਾਣਾ, ਕਿਸੇ ਨੂੰ ਹਿਚਕੀ ਆ ਜਾਣੀ। ਹਿਚਕੀ ਉਹਨੂੰ ਕਹਿੰਦੇ ਸੀ ਪਾਣੀ ਪੀ ਲਾ ਤੇਰੀ ਹਿਚਕੀ ਬੰਦ ਹੋ ਜਾਏਗੀ। ਸੋ ਇਸ ਤਰ੍ਹਾਂ ਗੈਸ ਪਾਸ ਹੋ ਜਾਣੀ, ਕਿਸੇ ਨੇ ਇੱਕ ਛਿੱਕ ਮਾਰ ਦੇਣੀ। ਇਹ ਸਾਰਾ ਕੁਛ ਜਿਹੜਾ ਸੀ ਅਪਸ਼ਗਨ ਸਮਝਦੇ ਸਨ ਲੋਕ। ਥਿਤ ਵਾਰ ਭੱਦਰਾ ਭਰਮ, ਦਿਸ਼ਾ ਸੂਲ ਸਹਿਸਾ ਸੰਸਾਰਾ। ਉਸ ਤੋਂ ਬਾਅਦ ਥਿਤ ਤੇ ਵਾਰ, ਫਿਰ ਭੱਦਰਾਂ ਦਾ ਭਰਮ। ਇਹ ਸਾਰਾ ਕੁਛ ਗਿਣਨ ਤੋਂ ਬਾਅਦ ਕਿ ਸਾਹਮਣੇ ਕਿਸੇ ਭੱਦਰਾਂ ਦੀ ਸਾਹਮਣੇ ਕੋਈ ਭੱਦਰਾਂ ਹੋਣ ਤਾਂ ਮੌਤ ਹੁੰਦੀ ਹੈ, ਇਸ ਤਰ੍ਹਾਂ ਮੰਨਿਆ ਜਾਂਦਾ ਸੀ। ਭੱਦਰ ਪੁਰਸ਼ ਜਿਹਨੂੰ ਆਪਾਂ ਕਹਿ ਦਿੰਦੇ, ਭੱਦਰ ਪੁਰਸ਼ ਦੀ ਵਿਆਖਿਆ ਥੋੜ੍ਹੀ ਜਿਹੀ ਅਲੱਗ ਹੈ, ਪਰ ਆਪ ਜੀ ਸਮਝ ਜਾਓਗੇ। ਭੱਦਰ ਪੁਰਸ਼ ਆਮ ਹੀ ਸ਼ਬਦ ਆਪਾਂ ਵਰਤ ਲੈਂਦੇ ਸੀ। ਤਾਂ ਇਸ ਤਰ੍ਹਾਂ ਭੱਦਰਾਂ ਹੋਣ ਤਾਂ ਮੌਤ ਹੁੰਦੀ, ਇਹ ਲੋਕ ਮੰਨ ਲੈਂਦੇ ਸੀ ਉਸ ਵਕਤ। ਫਿਰ ਦਿਸ਼ਾ ਸੂਲ, ਭਾਵ ਦਿਸ਼ਾ ਸੂਲ ਦਾ ਸੰਸਾ ਜਿਹੜਾ ਹੈ ਕਿ ਆਹ ਦਿਸ਼ਾ ਚੰਗੀ ਹੈ, ਇੱਧਰਲੀ ਦਿਸ਼ਾ ਨੂੰ ਨਹੀਂ ਤੁਰਨਾ, ਇੱਧਰਲੀ ਨੂੰ ਤੁਰਨਾ ਹੈ। ਇਹ ਦਿਸ਼ਾ ਸੂਲ ਜਿਹੜਾ ਮੰਨਦੇ ਸੀ ਲੋਕ। ਤਾਂ ਇਹਦੇ ਵਿੱਚ ਸਾਰਾ ਸੰਸਾਰ ਜਿਹੜਾ ਉਹ ਪਿਆ ਹੋਇਆ ਸੀ, ਅੱਜ ਵੀ ਪਿਆ ਹੋਇਆ। ਵਲ ਛਲ ਕਰ ਵਿਸ਼ਵਾਸ ਲਖ, ਬਹੁ ਚੁਖੀ ਕਿਉਂ ਰਵੈ ਪਤਾਰਾ। ਫਿਰ ਭਾਈ ਸਾਹਿਬ ਜੀ ਕਹਿੰਦੇ ਵਲ ਛਲ ਕਰਕੇ ਲੱਖਾਂ ਪੁਰਖਾਂ ਦੇ ਉੱਤੇ ਭਰੋਸਾ ਰੱਖਣ ਨਾਲ ਬਹੁਤ ਚੁੱਕੀ, ਭਾਵ ਕਿ ਵੱਡੇ ਸਵਾਦਾਂ ਵਾਲੀ ਜਿਹੜੀ ਹੈ, ਜਿਹਨੂੰ ਸਰੀਰ ਦੇ ਚਸਕੇ ਦਾ ਸਵਾਦ ਜਿਹਨੂੰ ਉਹ ਪੈ ਗਿਆ ਹੋਵੇ, ਸਰੀਰ ਦੇ ਚਸਕੇ ਦਾ। ਤਾਂ ਇੱਥੇ ਭਾਈ ਸਾਹਿਬ ਨੇ ਜਿਹੜਾ ਇਸ਼ਾਰਾ ਕੀਤਾ ਉਹ ਇੱਕ ਵੇਸਵਾ ਦੇ ਵੱਲ ਕੀਤਾ ਹੈ, ਜਿਹਨੂੰ ਪਰ ਪੁਰਖ ਦਾ ਚਸਕਾ ਜਿਹੜਾ ਜ਼ਿੰਦਗੀ ਦੇ ਅੰਦਰ ਮਾੜਾ ਲੱਗ ਗਿਆ ਹੋਵੇ। ਤਾਂ ਭਾਈ ਸਾਹਿਬ ਕਹਿੰਦੇ ਵਲ ਛਲ ਕਰ ਵਿਸ਼ਵਾਸ ਲਖ, ਵਲ ਛਲ ਕਰਕੇ ਲੱਖਾਂ ਦਾ ਵਿਸ਼ਵਾਸ ਬਣਾ ਲੈਂਦੀ ਹੈ। ਸਾਰਿਆਂ ਨੇ ਉਹਦੇ 'ਤੇ ਵਿਸ਼ਵਾਸ ਬਣਾਇਆ ਹੁੰਦਾ, ਉਹਨੇ ਸਾਰਿਆਂ 'ਤੇ ਵਿਸ਼ਵਾਸ ਬਣਾਇਆ ਹੁੰਦਾ। ਇਸ ਤਰ੍ਹਾਂ ਉਹ ਭਰਤਾ ਨੂੰ ਕਿਵੇਂ ਰਵੇਗੀ, ਉਹ ਭਰਤਾ ਨੂੰ ਕਿਵੇਂ ਮਾਣੇਗੀ, ਜਿਸ ਦਾ ਜੀਵਨ ਪੱਧਰ ਜਿਹੜਾ ਇਸ ਤਰ੍ਹਾਂ ਦਾ ਹੋ ਗਿਆ ਹੋਵੇ। ਤਾਂ ਬਹੁਤ ਚੁੱਕੀ ਕਿਉਂ ਰਵੈ ਪਤਾਰਾ, ਉਹ ਬਹੁਤ ਚੁੱਕੀ, ਉਹ ਵੱਡੇ ਸਵਾਦਾਂ ਵਾਲੀ ਜਿਹੜੀ ਹੈ, ਉਹ ਆਪਣੇ ਪਤਾਰ, ਆਪਣੇ ਕੰਤ, ਆਪਣੇ ਪਤੀ ਨੂੰ ਕਿਵੇਂ ਮਾਣੇਗੀ। ਗੁਰਮੁਖ ਸੁਖ ਫਲ ਪਾਰ ਉਤਾਰਾ। ਪਰ ਇਹਨਾਂ ਸਾਰਿਆਂ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਗੁਰਮੁਖ ਹੈ, ਗੁਰਮੁਖ ਨੂੰ ਸੁੱਖ ਦਾ ਫਲ ਪ੍ਰਾਪਤ ਹੁੰਦਾ ਹੈ। ਤੇ ਉਹ ਕਿਵੇਂ ਪ੍ਰਾਪਤ ਹੁੰਦਾ, ਉਸ ਸੁੱਖ ਫਲ ਨੂੰ ਪ੍ਰਾਪਤ ਕਰਕੇ ਗੁਰਮੁਖ ਪਾਰ ਉਤਾਰਾ ਕਰਦੇ ਨੇ, ਸੰਸਾਰ ਤੋਂ ਪਾਰ ਉਤਰਦੇ ਨੇ। ਉਹਨਾਂ ਦੇ ਕੋਲ ਨਾਮ ਹੈ, ਭਾਵ ਇਹ ਉਹ ਲੋਕ ਨੇ ਜਿਨ੍ਹਾਂ ਦੀ ਇਹ ਸਾਰੀ ਪੌੜੀ 'ਚ ਵਿਆਖਿਆ ਕੀਤੀ ਹੈ, ਜਿਹੜੇ ਆਪਣੇ ਗੁਰੂ ਨੂੰ ਛੱਡ ਕੇ, ਗੁਰੂ ਦਾ ਭਰੋਸਾ ਛੱਡ ਕੇ ਬਾਹਲੇ ਸ਼ਗਨਾਂ ਦੇ ਉੱਤੇ, ਜੋਤਿਸ਼ਾਂ ਦੇ ਵਿੱਚ ਫਸੇ ਹੋਏ ਹਨ। ਉਹ ਲੋਕ ਬਹੁਤ ਚੁੱਕੀ ਹਨ। ਬਹੁਤ ਚੁੱਕੀ ਦਾ ਮਤਲਬ ਬਹੁਤੇ ਸਵਾਦਾਂ ਦੇ ਵਿੱਚ ਪਏ। ਐਸੇ ਲੋਕ ਵੇਖੀਦੇ ਨੇ ਜਿਹੜੇ ਗੁਰੂ ਘਰੋਂ ਵੀ ਸਵਾਦ ਲੈ ਜਾਂਦੇ ਨੇ, ਫਿਰ ਦੂਜੀ ਥਾਂ 'ਤੇ ਕਬਰ 'ਤੇ ਜਾ ਕੇ ਸਵਾਦ ਲੈਂਦੇ ਫਿਰਦੇ, ਪਿੱਛੇ ਵੀ ਪੂਜਾ ਕਰਕੇ ਵੇਣੇ ਕੀ ਬਣਦਾ। ਉਸ ਤੋਂ ਬਾਅਦ ਕੋਈ ਮੰਦਰ ਆਵੇ ਉੱਥੇ ਪੂਜਾ ਕਰਨ ਬਹਿ ਜਾਣਗੇ, ਕੋਈ ਮਸਾਣ ਆ ਜਾਵੇ ਉੱਥੇ ਦੀਵਾ ਜਗਾਉਣ ਬਹਿ ਜਾਣਗੇ। ਸੋ ਉਹ ਜਿਵੇਂ ਪਿੰਡ ਸ਼ਹਿਰ ਦੀ ਕੋਈ ਜਗ੍ਹਾ ਨਹੀਂ ਛੱਡਦੇ, ਉਹ ਫਿਰ ਬਹੁਤ ਚੁੱਕੀ ਹੋ ਜਾਂਦੇ ਨੇ, ਭਾਵ ਵੱਖ-ਵੱਖ ਤਰ੍ਹਾਂ ਦੇ ਵਿਸ਼ਵਾਸ ਰੱਖਦੀ ਉਸ ਵੇਸਵਾ ਦੇ ਤੁੱਲ ਹਨ।
ਆਪਣੇ ਸੱਚੇ ਅਕਾਲ ਪੁਰਖ ਭਰਤਾ ਪਤੀ ਪਰਮੇਸ਼ਰ ਦੇ ਆਨੰਦ ਨੂੰ ਹੁਣ ਐਸੇ ਜੀਵ ਜਿਹੜੇ ਨੇ ਉਹ ਕਿਵੇਂ ਮਾਣ ਲੈਣਗੇ, ਕਿਵੇਂ ਭੋਗ ਲੈਣਗੇ ਕਰਤਾ ਅਕਾਲ ਪੁਰਖ ਦੇ ਨਾਮ ਰੂਪੀ ਰਸ ਨੂੰ। ਤਾਂ ਭਾਈ ਸਾਹਿਬ ਇੱਥੇ ਇਹ ਸਮਝਾਉਂਦੇ ਨੇ, ਜਿਵੇਂ ਬਚਨ ਪੜ੍ਹਦੇ ਹਾਂ ਬਾਣੀ ਦੇ ਅੰਦਰ, ਸਾਹਿਬ ਜੀ ਕਹਿੰਦੇ ਨੇ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ, ਕਿ ਉਹ ਸਾਰਾ ਕੁਝ ਜਿਹੜਾ ਉਹ ਸਫਲ ਹੈ। ਜਿਤ ਜਪੀਐ ਹਰ ਨਾਉ, ਜਿਹਨੂੰ 12 ਮਾਹ ਦੀ ਸੰਪੂਰਨਤਾ ਤੇ ਬਚਨ ਪੜ੍ਹਦੇ ਮਾਹ ਦਿਵਸ ਮਹੂਰਤ ਭਲੇ, ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਉਹਦੇ ਵਾਸਤੇ ਸਾਤ ਦਿਨ ਸਫਲ ਗਣਿਆ ਜਿਤ ਪ੍ਰਭੂ ਮਿਲਾਇਆ ਰਾਮ। ਪਰ ਇਸ ਪੌੜੀ ਵਿੱਚ ਭਾਈ ਸਾਹਿਬ ਜੀ ਇਹ ਸਮਝਾਉਂਦੇ ਨੇ ਕਿ ਜਿਨ੍ਹਾਂ ਨੇ, ਜਿਵੇਂ ਇੱਕ ਪੰਛੀ ਜਿਹੜਾ ਨਾ ਉਹ ਜਿੰਨਾ ਚਿਰ ਛੇਕਾਂ ਦੇ ਵਿੱਚ ਭਟਕਦਾ ਰਹਿੰਦਾ ਨਾ, ਮੋਰੀਆਂ ਦੇ ਵਿੱਚ, ਉਹਦੀ ਖਲਾਸੀ ਨਹੀਂ ਹੁੰਦੀ। ਬਸ ਉਸੇ ਤਰ੍ਹਾਂ ਦੇ ਹਾਲਤ ਜਿਹੜੇ ਨੇ ਇਸ ਜੀਵ ਦੇ ਨੇ, ਛੜੀ ਭਰਮੈ ਮੁਕਤ ਨਾ ਹੋਏ। ਇੱਥੇ ਅੱਗੇ ਚੱਲ ਕੇ ਆਪਾਂ ਸਰਵਣ ਕਰਾਂਗੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਦਾ ਇੱਥੇ ਕਹਿਣ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਇਹਨਾਂ ਵੱਖ-ਵੱਖ ਚੱਕਰਾਂ ਦੇ ਵਿੱਚ ਪਿਆ। ਬਾਣੀ ਅੰਦਰ ਸਾਹਿਬ ਦਾ ਇੱਕ ਬਚਨ ਪੜ੍ਹਦੇ, ਸਗੁਣ ਅਪ ਸਗੁਣ ਤਿਸ ਕਉ ਲੱਗੈ ਜਿਸ ਚੀਤ ਨਾ ਆਵੈ, ਕਿ ਸਾਰਾ ਕੁਝ ਉਹਨੂੰ ਵਿਆਪਦਾ ਹੈ। ਠੀਕ ਹੈ, ਹੋਏਗਾ, ਕਿਉਂਕਿ ਇਹਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਠੀਕ ਹੈ, ਉਹਨਾਂ ਦੀ ਵਿੱਦਿਆ ਹੈ, ਉਹਨਾਂ ਨੂੰ ਮੁਬਾਰਕ ਹੋਵੇ। ਪਰ ਜੇ ਸਿੱਖ ਕਵੇ ਮੇਰੇ ਤੇ ਸ਼ਗਨ ਅਪ ਸ਼ਗਨ ਲਾਗੂ ਹੋ ਜਾਂਦੇ ਨੇ, ਮੈਨੂੰ ਆਹ ਚੀਜ਼ ਦਿਖਾਉਂਦੀ ਸਤਾਉਂਦੀ ਹੈ, ਤਾਂ ਭਾਈ ਸਾਹਿਬ ਕਹਿੰਦੇ ਨਹੀਂ। ਸਾਹਿਬ ਬਾਣੀ ਅੰਦਰ ਕਹਿ ਰਹੇ ਸਗੁਣ ਅਪ ਸਗੁਣ ਤਿਸ ਕਉ ਲੱਗੈ, ਉਹਨੂੰ ਲੱਗਦੇ ਨੇ ਜਿਸ ਚਿੱਤ ਨਾ ਆਵੈ। ਜਿਸ ਦੇ ਚਿੱਤ ਵਿੱਚ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਸ ਚੀਤ ਨਾ ਆਵੈ, ਜਿਹਨੂੰ ਚੇਤੇ ਨਹੀਂ ਹੈ, ਉਹਨੂੰ ਸਾਰਾ ਕੁਝ ਹੀ ਲੱਗਦਾ। ਉਹਦੇ ਲਈ ਘੜੀਆਂ ਵੀ ਮਾੜੀਆਂ, ਉਹਦੇ ਲਈ ਦਿਨ ਵੀ ਮਾੜੇ, ਉਹਦੇ ਲਈ ਮਹੂਰਤ ਵੀ ਮਾੜੇ, ਉਹਦੇ ਵਾਸਤੇ ਸਾਰਾ ਕੁਝ ਜਿਹੜਾ ਉਹ ਮਾੜਾ ਹੋ ਜਾਂਦਾ। ਸੋ ਇਸ ਤਰ੍ਹਾਂ ਇਸ ਪੌੜੀ ਦੇ ਵਿੱਚ ਅਖੀਰ ਇਹੀ ਸਮਝਾਇਆ ਕਿ ਗੁਰਮੁਖ ਜਿਹੜੇ ਹਨ ਉਹ ਸਾਰੇ ਗੁਰਮੁਖਾਂ ਦੇ ਲੱਛਣ, ਇੱਕ ਲੱਛਣ ਜਿਹੜਾ ਹੈ ਉਹ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਦੇ ਹਨ। ਸੋ ਇਸ ਤਰ੍ਹਾਂ ਇਸ ਪੌੜੀਆਂ ਦੇ ਅੰਦਰ ਭਾਈ ਸਾਹਿਬ ਜੀ ਨੇ ਸਾਨੂੰ ਸੰਸਾਰ ਦੇ ਅੰਦਰ ਵੱਖ-ਵੱਖ ਧਰਮਾਂ, ਵੱਖ-ਵੱਖ ਸ਼ਗਨ ਅਪ ਸ਼ਗਨ, ਉਸ ਤੋਂ ਬਾਅਦ ਸੰਸਾਰ 'ਤੇ ਜਤੀ ਸਤੀ ਸਿੱਧ ਸਾਧਕ ਦੇਵਤੇ ਆਦਿਕ, ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਇਹਨਾਂ ਅੱਜ ਦੀਆਂ 3 ਪੌੜੀਆਂ ਦੇ ਵਿੱਚ ਸਾਨੂੰ ਸਮਝਾਇਆ ਹੈ। ਸੋ ਗੁਰੂ ਕਿਰਪਾ ਕਰੇ ਸਾਡੀ ਸਮਝ ਵਿੱਚ ਆਵੇ। ਸੋ 5ਵੀਂ ਪਾਵਨ ਵਾਰ ਦੀਆਂ 8 ਪੌੜੀਆਂ ਦੇ ਵਿਚਾਰ ਆਪਾਂ ਸਰਵਣ ਕੀਤੀ ਹੈ। ਸੋ ਗੁਰੂ ਕਿਰਪਾ ਕਰੇ ਇਹ ਵਿਚਾਰ ਸਾਡੀ ਜ਼ਿੰਦਗੀ ਵਿੱਚ ਉਤਰੇ, ਇਹਨਾਂ ਸਾਰੇ ਭਰਮਾਂ ਚੱਕਰਾਂ ਤੋਂ ਮੁਕਤ ਹੋ ਕਰਕੇ ਗੁਰੂ ਕੇ ਸੱਚੇ ਸੁੱਚੇ ਸਿੱਖ ਬਣ ਕੇ ਗੁਰਮੁਖ ਦੀ ਅਵਸਥਾ ਨੂੰ ਮੰਨਣਾ ਕਰੀਏ। ਸੋ ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼, ਨਿਵਾਜਨਾ ਕਰਨ ਵੱਲ ਛਲ ਕਰ ਵਿਸਵਾਸ ਲਖ, ਬਹੁ ਚੁਖੀ ਕਿਉਂ ਰਵੈ ਪਤਾਰਾ, ਗੁਰਮੁਖ ਸੁਖ ਫਲ ਪਾਰ ਉਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।